सदा डरना ना किसे को। रहना है आजाद सदा डरना ना किसे को। रहना है आजाद सदा डरना ना किसे को। रहना है आजाद सदा डरना ना किसे को। गुलामी वाला तोड़िया शहीदां ने। रहना है आजाद सदा डरना ना किसे को। लाहौर विच फिर चमकौर विच। दिल्ली ते लाहौर विच फिर चमकौर विच। दिल्ली ते लाहौर विच फिर चमकौर विच। दिल्ली ते लाहौर विच फिर चमकौर विच। सिद्धा नाता ओ जोड़िया शहीदां ने। रहना है आजाद सदा डरना ना किसे को। उतार दिते बेगां विच काड़ दिते। पर उतार दिते बेगां विच काड़ दिते। पर उतार दिते बेगां विच काड़ दिते। पर उतार दिते बेगां विच काड़ दिते। बड़ा ज़ालिमां दा ओड़िया शहीदां ने। रहना है आजाद सदा डरना ना किसे को। रोम रोम नाजक जी देश उत्तों वार दिता। रोम नाजक जी देश उत्तों वार दिता। रोम रोम नाजक जी देश उत्तों वार दिता। रोम नाजक जी देश उत्तों वार दिता। सरबत वाला ओलड़िया शहीदां ने। रहना है आजाद सदा डरना ना किसे को। गुलामी वाला तोड़िया शहीदां ने। रहना है आजाद सदा डरना ना किसे को। रहना है आजाद सदा डरना ना किसे को। डरना सतगुरां दी चरण छो सोहनी धरत पंजाब ते पंजाब दे बॉर्डर ते मोर्चा शंभू मोर्चा पंजाब दी राखी लई, किसानी दी राखी लई, दुखियां ते दर्दियां दी राखी लई। आहा वाह। एकत्रित होए
ਸਾਰੇ ਹੀ ਭਰਾਵੋ ਥੋੜਾ ਜਿਹਾ ਧਿਆਨ ਦਿਓ। ਵਿਦਵਾਨ ਕਹਿੰਦੇ ਨੇ ਕਿ 4 ਮਿਲੇ 64 ਖਿਲੇ 20 ਮਿਲੇ ਕਰ ਜੋੜ। ਵਾਹ ਵਾਹ। ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲ ਗਿਆ 7 ਕਰੋੜ। ਭਾਵ ਇਹ ਕਿ 3.5 ਕਰੋੜ ਰੋਮ ਤੁਹਾਡੀ ਬਾਡੀ ਤੇ ਆ ਤੇ 3.5 ਕਰੋੜ ਮੇਰੀ ਤੇ ਆ। ਇਹਦੇ ਅਰਥ ਮੈਂ ਫੇਰ ਕਰਾਂਗਾ, ਟਾਈਮ ਬਹੁਤ ਥੋੜਾ। 7 ਕਰੋੜ ਰੋਮਾਂ ਦੇ ਵਿੱਚ ਖੁਸ਼ੀ ਆਉਂਦੀ ਏ ਕਿੱਦਾਂ? ਜਿਹੜੀ ਸਾਨੂੰ 10 ਪਾਤਸ਼ਾਹੀਆਂ ਨੇ ਬਖਸ਼ਿਸ਼ ਕੀਤੀ ਹੈ ਫਤਿਹ। ਫਤਿਹ ਬੁਲਾਉਣ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਫਤਿਹ ਪਾਉਣ ਵਾਸਤੇ ਇੱਥੇ ਇਕੱਠੇ ਹੋਏ ਆ। ਤੇ ਫਤਿਹ ਤਾਂ ਪੈਣੀ ਏ, ਫਤਿਹ ਤਾਂ ਹੋਣੀ ਏ ਜੇ ਫਤਿਹ ਬੁਲਾਵਾਂਗੇ। ਆਓ ਇੱਕ ਵਾਰੀ ਪਿਆਰ ਦੇ ਘਰ ਵਿੱਚ ਦਿੱਲੀ ਤੱਕ ਤੁਹਾਡੀ ਆਵਾਜ਼ ਜਿਹੜੀ ਹੈ ਪਹੁੰਚਣੀ ਚਾਹੀਦੀ ਹੈ। ਜੋੜੋ ਹੱਥ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਤੁਸੀਂ ਵੀ ਮੋਰਚੇ ਵਿੱਚ ਆਏ ਆ, ਕੀ ਗੱਲ ਆ ਫਿਰ? ਤੈਨੂੰ ਫਤਿਹ ਤੋਂ ਸੰਗ ਆਉਂਦੀ ਵੀਰਾ? ਤੁਸੀਂ ਵੀ ਸਾਰੇ ਆ ਜਾ ਮੇਰਾ ਵੀਰ, ਆਪਾਂ ਕੁਛ ਲੈਣਾ ਏ ਤੇ ਲੈਣ ਦਾ ਤਰੀਕਾ ਤੁਹਾਨੂੰ ਦੱਸਾਂਗਾ। ਨੌਜਵਾਨ ਆ ਜਾ, ਬਹਿ ਜਾ ਮੇਰਾ ਵੀਰ। ਹੁਣ ਆ ਜਾ, ਫਿਰ ਆ ਜਾਓ ਵੀਰ ਜੀ, ਤੁਸੀਂ ਵੀ ਕਿਰਪਾ ਕਰੋ। ਕੋਈ ਗੱਲ ਨਹੀਂ, ਇਹ ਸਾਰਾ ਕੁਝ ਆਪਾਂ ਇਦਾਂ ਹੀ ਮਹਾਰਾਜ ਦੀ ਕਿਰਪਾ। ਮੈਂ ਸਮਝਦਾ ਕਿ ਤੁਹਾਡੀ ਵੀ ਡਿਊਟੀ ਆ, ਤੁਸੀਂ ਵੀ ਬਹਿ ਜਾਓ ਹੁਣ ਜਰਾ। ਗੱਲ ਵੀਰੋ ਇਹ ਹੈ, ਮੈਂ ਸਤਿਗੁਰੂ ਨਾਨਕ ਦੇਵ ਜੀ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਆਇਆ। ਉੱਥੇ ਮੇਰਾ ਘਰ ਏ, ਤੁਹਾਡਾ ਘਰ ਏ, ਮੈਂ ਤੇ ਤੁਹਾਡਾ ਬੱਚਾ, ਜਿੱਥੇ ਬਾਬੇ ਨੇ ਦੁਨੀਆ ਦੇ ਮਨੁੱਖਤਾ ਦੇ ਹੱਕਾਂ ਲਈ ਬਾਬਰਾਂ ਨੂੰ ਯਾਵਰ ਕਹਿਣ ਵਾਸਤੇ ਸੱਚੀ ਦਰਗਾਹ ਚੋਂ ਮੂਲ ਮੰਤਰ ਲੈ ਕੇ ਆਉਣਾ ਏ ਤੇ ਵੇਈ ਵਿੱਚ ਟੁੱਭਾ ਮਾਰਿਆ। ਗੁਰਦੁਆਰਾ ਬੇਰ ਸਾਹਿਬ ਵਗਦੀ ਵੇਈ ਦਾ ਕੰਢਾ ਸੁਲਤਾਨਪੁਰ ਲੋਧੀ। ਇੱਕ ਬਾਦਸ਼ਾਹ ਖੁਦਾ ਦੀ ਇਬਾਦਤ ਵਿੱਚ ਹੱਥ ਉੱਪਰ ਨੂੰ ਕਰਦਾ ਏ। ਖਿਆਲ ਕਰਿਓ ਜ਼ਰਾ। ਮੈਂ ਸਮਝ ਰਿਹਾ ਕਿ ਤੁਸੀਂ ਬੜੇ ਬੜੇ ਬੁੱਧੀਜੀਵ ਵਿਦਵਾਨ ਬੈਠੇ ਹੋ। ਸੀਬੀਆ ਸਾਹਿਬ ਮੈਨੂੰ ਬਾਬਾ ਅਤਰ ਸਿੰਘ ਮਸਤੂਆਣਾ ਜੀ ਦੇ ਬਾਰੇ ਦੱਸ ਰਹੇ ਸੀ ਤੇ ਮੈਂ ਇਹਨਾਂ ਵੱਡੇ ਵੀਰਾਂ ਨੂੰ ਬੇਨਤੀ ਕਰਾਂ, ਸੀਬੀਆ ਸਾਹਿਬ ਅਸੀਂ ਰਾਗੀ ਅਜੀਤ ਸਿੰਘ ਸਾਹਿਬ ਜੀ ਦਾ ਪਰਿਵਾਰ ਹਾਂ ਤੇ ਅੱਜ ਤੋਂ 90 ਸਾਲ ਪਹਿਲਾਂ ਸਾਡੇ ਵੱਡੇ ਉੱਥੇ ਸਾਡਾ 90 ਸਾਲ ਦਾ ਇਤਿਹਾਸ ਹੈ। ਪਾਕਿਸਤਾਨ ਦੇ ਲੈਲਪੁਰ ਜ਼ਿਲ੍ਹੇ ਦੇ ਚੱਕ ਨੰਬਰ 58 ਵਿੱਚੋਂ ਸਾਡੇ ਇੱਕ ਖਾਨਦਾਨੀ ਪਾਲ ਸਿੰਘ ਪੰਛੀ ਜੀ ਨੂੰ ਸਾਡੇ ਬਜ਼ੁਰਗਾਂ ਨੇ, ਗਿਆਨੀ ਦਇਆ ਸਿੰਘ ਜੀ ਦਿਲਬਰ, ਗੁਰਦੀਪ ਸਿੰਘ ਜੀ ਸਾਜਨ, ਇਦਾਂ ਦੇ ਵੱਡੇ ਵੱਡੇ ਕੌਮੀ ਪ੍ਰਚਾਰਕ ਜਿਹੜੇ ਸਾਡੇ ਬਜ਼ੁਰਗਾਂ ਨੇ ਹੰਢਾਏ ਔਰ ਉਹਨਾਂ ਦੇ ਨਾਲ ਪੂਰੀ ਦੁਨੀਆ ਦੇ ਉੱਤੇ ਸਰੰਗੀ ਦੇ ਉੱਤੇ ਜੀਤਾ ਤੇ ਮੀਤਾ। ਉਹਨਾਂ ਦਾ ਖਾਨਦਾਨ ਅੱਜ ਸ਼ੰਭੂ ਮੋਰਚੇ ਦੇ ਉੱਤੇ, ਕਿਉਂਕਿ ਜਿਹੜੇ ਯੁੱਗਾਂ ਤੋਂ, ਜਿਹੜੇ ਸਦੀਆਂ ਤੋਂ ਹੱਕ ਤੇ ਸੱਚ ਦੀ ਗੱਲ ਕਰਦੇ ਆਏ ਨੇ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਤੇ ਸ਼ੰਭੂ ਮੋਰਚੇ ਵਾਲਿਓ, ਇੱਥੇ ਬੈਠੇ ਵੀਰੋ, ਭਰਾਓ ਤੇ ਪ੍ਰਬੰਧਕੋ, ਜਿਹੜਾ ਤੁਸੀਂ ਸਾਡਾ ਮਾਣ ਕੀਤਾ ਏ, ਜਿਹੜਾ ਸਤਿਕਾਰ ਕੀਤਾ ਏ, ਉਹਦੇ ਲਈ ਤੁਹਾਡੇ ਇਸ ਮਾਣ ਤੇ ਸਤਿਕਾਰ ਦੇ ਅੱਗੇ, ਤੁਹਾਡੀ ਇਸ ਚੜ੍ਹਤ ਦੇ ਅੱਗੇ ਸੀਸ ਝੁਕਦਾ ਏ। ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਨੂੰ ਕਾਮਯਾਬੀਆਂ ਬਖਸ਼ਿਸ਼ ਕਰੇ। ਮੈਂ 2 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਇੱਕ ਨਗਮਾ ਢਾਡੀ ਕਲਾ ਦਾ ਕਹਿ ਕੇ, ਕਿਉਂਕਿ ਟਾਈਮ ਬਹੁਤ ਥੋੜਾ ਹੈ। ਬਾਦਸ਼ਾਹ ਨੇ ਖੁਦਾ ਦੀ ਇਬਾਦਤ ਲਈ ਹੱਥ ਉੱਪਰ ਉਠਾਇਆ। ਇਹਦੇ ਨਾਲ ਹੀ ਮੈਂ ਇੱਕ ਜਕਾਰਾ ਜਿਹੜਾ ਏ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਜਿੱਥੋਂ ਜਿੱਥੋਂ ਮੈਨੂੰ ਕਾਲਸ ਆਈਆਂ ਨੇ ਕਿ ਭਾਵੇਂ ਅੱਧੀ ਰਾਤ ਵੀ ਕਿਉਂ ਨਾ ਹੋਵੇ, ਭਾਵੇਂ ਤੜਕ ਵੇਲਾ ਵੀ, ਕਿਸੇ ਮੁਲਕ ਵਿੱਚ ਤੜਕ ਆਏ, ਕਿਸੇ ਵਿੱਚ ਅੱਧੀ ਰਾਤ ਏ, ਕਿਸੇ ਵਿੱਚ ਕਰਮਾਂ ਵਾਲਿਓ ਰਾਤ ਪੈ ਰਹੀ ਏ, ਕਿਸੇ ਵਿੱਚ ਦਿਨ ਚੜ ਰਿਹਾ। ਜਿਹੜੇ ਜਿਹੜੇ ਮੇਰੇ ਵੀਰ ਭਰਾ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ, ਕਿਸਾਨੀ ਦਾ ਦਰਦ ਰੱਖਣ ਵਾਲੇ ਨੇ, ਉਹ ਘਰਾਂ ਵਿੱਚ ਬੈਠੇ ਸੁਣਦੇ ਨੇ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿੱਥੇ ਵੀ ਸੁਣਦੇ ਨੇ, ਇੱਕ ਜਕਾਰਾ ਸ਼ੰਭੂ ਮੋਰਚੇ ਵੱਲੋਂ ਉਹਨਾਂ ਦੇ ਨਾਮ ਉੱਤੇ ਲਾ ਕੇ ਮੈਂ ਅਗਲੀ ਗੱਲ ਜਿਹੜੀ ਹੈ, ਮੇਰੇ ਵੀਰ ਬਲਵਿੰਦਰ ਸਿੰਘ ਸਾਹਿਬ ਜੀ ਅਮਰੀਕਾ ਦੀ ਧਰਤੀ ਦੇ ਵਿੱਚ ਮਿਸੀਸਿਪੀ ਸ਼ਹਿਰ ਦੇ ਅੰਦਰ ਸਾਰਾ ਹੀ ਪਰਿਵਾਰ ਬੈਠਾ ਏ, ਸਾਰਿਆਂ ਦਾ ਧੰਨਵਾਦ ਏ। ਆਓ ਇੱਕ ਜਕਾਰਾ ਉਹਨਾਂ ਦੇ ਨਾਮ ਲਾ ਕੇ ਮੈਂ ਆਪਣੇ ਜਿਹੜੇ ਬਚਨ ਨੇ ਉਹਨਾਂ ਦੀ ਆਰੰਭਤਾ ਕਰਾਂ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਾਦਸ਼ਾਹ ਨੇ ਵੀਰੋ ਹੱਥ ਉੱਪਰ ਕੀਤਾ, ਕਹਿੰਦਾ ਖੁਦਾ ਮੇਰੇ ਦੇਸ਼ ਤੇ ਮੇਰੇ ਦੇਸ਼ ਦੀ ਜਨਤਾ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੀ, ਆਪਣੀ ਰਹਿਮਤ ਰੱਖੀ।
ਉੱਪਰ ਕੋਈ ਜਾਨਵਰ ਉਡੇ ਜਾਂਦੇ ਸੀ। ਬੜੇ ਸਿਆਣੇ ਆਫੀਸਰ ਸਾਹਿਬਾਨ ਬੈਠੇ ਨੇ, ਮੈਂ ਧੰਨਵਾਦ ਕਰਦਾ ਵੀਰੋ, ਇਹਨਾਂ ਨੇ ਵੀ ਸਾਡਾ ਬੜਾ ਛੋਟੇ ਵੀਰ ਜਾਣ ਕੇ ਸਤਿਕਾਰ ਕੀਤਾ। ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਕਰੇ। ਜਾਨਵਰਾਂ ਦੇ ਪਹੁੰਚਿਆਂ ਵਿੱਚੋਂ ਕੱਖ ਧਰਤੀ ਵੱਲ ਨੂੰ ਡਿੱਗੇ ਤੇ ਕਹਿੰਦੇ ਇੱਕ ਕੱਖ ਬਾਦਸ਼ਾਹ ਦੇ ਹੱਥ ਆ, ਉੱਤੇ ਆਣ ਡਿੱਗਾ। ਬਾਦਸ਼ਾਹ ਵੀ ਇਹੋ ਜਿਹਾ ਹੋਣਾ ਨਾ, ਅੱਜ ਇਹੋ ਜਿਹਾ ਹੋਣਾ। ਗੱਲ ਧਿਆਨ ਨਾਲ ਸੁਣਿਓ ਜ਼ਰਾ। ਖੁਦਾ ਵੱਲੋਂ ਬਿਰਤੀ ਟੁੱਟ ਗਈ ਤੇ ਕੱਖ ਮੁੱਠੀ ਵਿੱਚ ਲੈ ਕੇ ਮੁੱਠੀ ਬੰਦ ਕਰਕੇ ਤੇ ਨਾਲ ਦਿਆਂ ਅਮੀਰਾਂ ਵਜ਼ੀਰਾਂ ਨੂੰ ਸਿਪਾਹੀਆਂ ਨੂੰ ਕਹਿੰਦਾ ਵੀ ਬੁੱਝੋ ਮੇਰੀ ਮੁੱਠੀ ਵਿੱਚ ਕੀ ਬੰਦ ਹੈ। ਉਹ ਕਹਿੰਦੇ ਬਾਦਸ਼ਾਹ ਕਮਾਲ ਦਾ ਬੰਦਾ ਤੂੰ, ਹੁਣੇ ਖੁਦਾ ਦੀ ਇਬਾਦਤ ਵਿੱਚ ਜੁੜਿਆ ਹੋਇਆ ਸੇ ਤੇ ਹੁਣੇ ਮੁੱਠੀ ਬੰਦ ਕਰਕੇ ਕਹਿੰਦਾ ਬੁੱਝੋ ਮੇਰੀ ਮੁੱਠੀ ਵਿੱਚ ਕੀ ਬੰਦ ਹੈ। ਇਹ ਕਿਹੜੀ ਬੁਝਾਰਤ ਹੋਈ? ਮੁੱਠੀ ਤੇਰੀ ਬੰਦ ਹੈ, ਪੁੱਛਦਾ ਸਾਨੂੰ ਏ। ਤੇ ਸਾਰੇ ਬੇਅਕਲੇ ਨਹੀਂ ਹੁੰਦੇ। ਜਦੋਂ ਬਾਦਸ਼ਾਹ ਆਪਣੀ ਜਿੱਦ ਉੱਤੇ ਅੜ ਗਿਆ ਨਾ ਤੇ ਇੱਕ ਸਿਆਣਾ ਵਜ਼ੀਰ ਉੱਠਿਆ। ਸੁਣਿਓ ਜ਼ਰਾ। ਕਹੇ ਵਜ਼ੀਰ ਸੁਣੋ ਬਾਦਸ਼ਾਹ ਜੋ ਕੁਝ ਮੇਰੀ ਤੱਕ ਹੈ। ਮੋਦੀ ਜਰਾ ਤੂੰ ਵੀ ਸੁਣ ਲਾ। ਕਹੇ ਵਜ਼ੀਰ ਸੁਣੋ ਬਾਦਸ਼ਾਹ ਜੋ ਕੁਝ ਮੇਰੀ ਤੱਕ ਹੈ। ਓਏ ਪੜਦਾ ਅੰਦਰ ਪੜਦਾ ਹੁੰਦਾ ਤੇ ਜੱਗ ਨੂੰ ਰਹਿੰਦੀ ਸ਼ੱਕ ਹੈ। ਕਹਿੰਦਾ ਜਦ ਤੱਕ ਮੁੱਠੀ ਬੰਦ ਹੈ ਤੇਰੀ ਇਹਦੇ ਵਿੱਚ ਲੱਖ ਹੈ। ਓਏ ਖੁੱਲ ਗਈ ਮੁੱਠੀ ਉੱਠ ਗਿਆ ਪੜਦਾ ਫਿਰ ਲੱਖ ਦੀ ਥਾਂ ਕੱਖ ਹੈ। ਇਹਦੀ ਮੁੱਠੀ ਖੁੱਲ ਚੁੱਕੀ ਆ। ਪਰ ਮੇਰਾ ਵੀਰ ਦੋ ਲੈਣਾ ਕਹਿਣ ਜਾ ਰਿਹਾ, ਦਿੱਲੀਏ ਤੂੰ ਬੜੇ ਚਿਰ ਤੋਂ ਸਾਡੇ ਤੇ ਜ਼ੁਲਮ ਕਰਦੀ ਆਈ ਆ, ਅਸੀਂ ਜਰਦੇ ਵੀ ਆਏ ਆ ਪਰ ਜ਼ੁਲਮਾਂ ਦਾ ਹਿਸਾਬ ਵੀ ਲੈਣਾ। ਤੈਨੂੰ ਪਤਾ ਦਿੱਲੀਏ ਚੱਲਿਆ ਨੀ, ਅਸੀਂ ਹੱਥਾਂ ਦੇ ਲਈ ਸੀ ਨਾ ਤਾਣਦੇ। ਜੇਕਰ ਪੈਰ ਨਾ ਦੇਵੇ ਤਾਂ ਬਹੁਤ ਚੰਗਾ, ਚੰਨ ਖੋ ਕੇ ਲੈਣਾ ਵੀ ਜਾਣਦੇ ਹਾਂ। ਭਰਾਓ ਇੱਕ ਗੱਲ ਪੱਲੇ ਬੰਨੋ, ਕੌਡੀ ਜ਼ੰਨਾ ਨਾ ਬੰਦੇ ਦਾ ਮੁੱਲ ਪੈਂਦਾ ਜੇਕਰ ਜ਼ੁਲਮ ਨੂੰ ਦੇਖ ਕੇ ਡਰ ਜਾਵੇ। ਜਿਹੜਾ ਬੰਦਾ ਜ਼ੁਲਮ ਨੂੰ ਦੇਖ ਕੇ ਡਰ ਗਿਆ ਨਾ ਉਹਦਾ ਦੁਨੀਆ ਵਿੱਚ ਇੱਕ ਕੌਡੀ ਵੀ ਮੁੱਲ ਨਹੀਂ ਸੀ। ਧਿਆਨ ਦੇ ਨਾਲ ਸੁਣਿਓ ਮੇਰੇ ਵੀਰ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਇਹ ਜਿਹੜੇ ਚੱਲੇ ਨੇ, ਇੱਕ ਵਾਰ ਇਹਨਾਂ ਨੂੰ ਕਹਿਣਾ ਧਿਆਨ ਦੇਣਾ, ਇਹਨਾਂ ਲਈ ਵੀ ਮੈਂ ਸਤਿਕਾਰ ਦੇ ਸ਼ਬਦ ਕਹਿ ਰਿਹਾ। ਇਹਨਾਂ ਵਧੀਆ ਬੋਲ ਕੇ ਗਏ ਨੇ। ਭਾਈ ਸਾਹਿਬ ਜੀ ਤੁਹਾਡੇ ਲਈ ਆ ਸ਼ਬਦ ਤੁਹਾਡੇ ਲਈ ਆ, ਜਿਹੜੇ ਹੁਣੇ ਮੇਰੇ ਵੀਰ ਦੁਨੀਆ ਵਾਲਿਓ ਇਹਨਾਂ ਲਈ ਅੱਧਾ ਮਿੰਟ ਰੁਕ ਜਾਓ। ਕੌਡੀ ਜ਼ੰਨਾ ਨਾ ਬੰਦੇ ਦਾ ਮੁੱਲ ਪੈਂਦਾ ਜੇਕਰ ਜ਼ੁਲਮ ਨੂੰ ਦੇਖ ਕੇ ਡਰ ਜਾਵੇ। ਤੇ ਚੁੱਪ ਕਰਕੇ ਕਿਵੇਂ ਕੋ ਰਹਿ ਸਕਦਾ ਅੱਖਾਂ ਸਾਹਮਣੇ ਜੇ ਲੁੱਟਿਆ ਘਰ ਜਾਵੇ। ਕੁਝ ਹੱਦ ਤੱਕ ਸ਼ਾਂਤ ਚਿੱਤ ਰਹਿ ਕੇ ਬੰਦਾ ਹੱਸ ਕੇ ਦੁੱਖੜੇ ਜਰ ਜਾਵੇ ਤੇ ਜਦੋਂ ਹੱਦ ਤੋਂ ਵੀ ਕੁਝ ਵੱਧ ਹੋ ਜਾਏ ਐਸਾ ਕਰ ਜਾਵੇ ਕਿ ਦੁਸ਼ਮਣ ਮਰ ਜਾਵੇ। ਇਕੱਠੇ ਹੋ ਜਾਓ, ਦੁਸ਼ਮਣ ਨੇ ਉਦਾਂ ਹੀ ਮਰ ਜਾਣਾ। ਜਿੰਨਾ ਚਿਰ ਇਦਾਂ ਹੁੰਦੀ ਰਹੀ ਨਾ ਉੱਥੇ ਵੀ ਤੇ ਇੱਥੇ ਵੀ, ਇੰਨਾ ਚਿਰ ਗੱਲ ਨਹੀਂ ਜੇ ਬਣਨੀ। ਭਾਈ ਸਾਹਿਬ 2 ਮਿੰਟ ਵਿੱਚ ਜਿਹੜਾ ਇੱਕ ਕਤਰੇ ਦੇ ਵਿੱਚ ਆਪਾਂ ਨੂੰ ਸਮੁੰਦਰ ਦਾ ਤੇ ਦਰਿਆ ਦਾ ਨਜ਼ਾਰਾ ਵਿਖਾ ਗਏ ਆ। ਇਸ ਕਰਕੇ ਵੀਰ ਜੀ ਤੁਹਾਡਾ ਧੰਨਵਾਦ। ਆਓ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਸ਼ਬਦਾਂ ਦੇ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਇਆ। ਹੁਣ ਇੱਕ ਗੱਲ ਅਗਲੀ ਸੁਣ ਲਓ। ਪਾਕਿਸਤਾਨ ਬਣਨ ਤੋਂ ਪਹਿਲਾਂ ਸ਼ਾਹੀਵਾਲ ਜ਼ਿਲ੍ਹੇ ਦੀ ਇੱਕ ਪਿੰਡ ਦੀ ਇੱਕ ਕਹਾਣੀ ਹੈ। ਨੌਜਵਾਨ ਮਕਲਾਵਾ ਲੈਣ ਵਾਸਤੇ ਗਿਆ। ਬਾਣੀ ਕਹਿੰਦੀ ਹੈ ਨਾ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡਿਆਂ ਦੇ ਇਤਿਹਾਸ ਤੋਂ ਸਾਨੂੰ ਕੋਈ ਪ੍ਰੇਰਨਾ ਮਿਲਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ, ਸਿੱਖਾਂ ਦਾ ਪਹਿਲਾ ਬਾਦਸ਼ਾਹ। ਇਹਦੇ ਵਿੱਚ ਇੰਨੀ ਤਾਕਤ ਕਿੱਥੋਂ ਆਈ? 700 ਸਾਲ ਪੁਰਾਣੀਆਂ ਮੁਗਲਿਆ ਹਕੂਮਤ ਦੀਆਂ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਜਿਹੜੀਆਂ ਸੀ 6 ਸਾਲਾਂ ਵਿੱਚ ਪੱਟ ਕੇ ਉਹ ਮਾਰੀਆਂ। ਕਿਉਂਕਿ ਇਹ ਗੁਰੂ ਦੇ ਹੁਕਮ ਵਿੱਚ ਸੀ, ਇਹ ਗੁਰੂ ਦੇ ਭਾਣੇ ਵਿੱਚ ਸੀ, ਇਹ ਗੁਰੂ ਦੀ ਰਜ਼ਾ ਵਿੱਚ ਸੀ। ਤੇ ਜਿਹੜਾ ਬਚਨ, ਜਿਹੜਾ ਥਾਪੜਾ ਗੁਰੂ ਨੇ ਦੇ ਕੇ ਇਹਨੂੰ ਪੰਜਾਬ ਦੇ ਵੱਲ ਤੋਰਿਆ ਸੀ, ਇਹਦੇ ਨਾਲ ਬੇਇਨਸਾਫੀ ਕੀਤੀ ਹੈ। ਕਰਮਾਂ ਵਾਲਿਓ, ਅਸੀਂ ਰਾਈਟਰ ਜਾਂ ਅਸੀਂ ਕਲਾਕਾਰ ਇਹਦੇ ਨਾਲ ਇਨਸਾਫ ਨਹੀਂ ਕਰ ਸਕੇ, ਪਰ ਇਨਸਾਫ ਪ੍ਰਮਾਤਮਾ ਕਰਵਾਉਂਦਾ ਹੈ, ਹੋਵੇਗਾ। ਖੈਰ ਖਿਆਲ ਕਰਨਾ ਜਰਾ। ਮੈਂ ਇਹ ਤਸਵੀਰ ਨੂੰ ਵੀ ਪ੍ਰਣਾਮ ਕਰਦਾ ਹਾਂ। ਨੌਜਵਾਨ ਅਸਬੀਆ ਸਾਹਿਬ ਸੁਣਿਓ, ਜਦੋਂ ਮਕਲਾਵਾ ਲੈਣ ਗਿਆ ਨਾ ਤੇ ਜਦੋਂ ਪਿਓ ਨੇ ਧੀ ਨੂੰ ਤੋਰਿਆ ਤੇ ਅੱਖਾਂ ਤਾਂ ਸਾਰੇ ਗਿੱਲੀਆਂ ਕਰਦੇ ਹੁੰਦੇ ਨੇ, ਪਰ ਉਹ ਬਜ਼ੁਰਗ ਥੋੜਾ ਜਿਹਾ ਜ਼ਿਆਦਾ ਹੀ ਕਰੇ। ਮੁੰਡਾ ਕਹਿੰਦਾ ਵੀ ਗੱਲ ਕੀ ਆ? ਕੋਲ ਜਾ ਕੇ ਕਹਿੰਦਾ ਬਾਪੂ ਜੀ ਜਦੋਂ ਧੀ ਤੁਰਦੀ ਹੈ ਨਾ ਤੇ ਸਾਰੇ ਹਿਰਖ ਜਿਹਾ ਤੇ ਕਰਦੇ ਹੁੰਦੇ ਨੇ, ਪਰ ਤੁਸੀਂ ਥੋੜਾ ਜ਼ਿਆਦਾ ਕਰਦੇ ਹੋ, ਕਾਰਨ ਕੀ ਹੈ? ਤੇ ਗੱਲ ਨਾਲ ਜਵਾਈ ਨੂੰ ਲਾ ਕੇ ਕਹਿੰਦਾ ਪੁੱਤਰਾ ਮੈਂ ਧੀ ਦੇ ਵਿਛੋੜੇ ਕਰਕੇ ਨਹੀਂ ਰੋਂਦਾ। ਇੱਕੋ ਇੱਕ ਮੇਰੀ ਧੀ ਆ, ਇੱਕੋ ਇੱਕ ਪਤਨੀ ਹੈ ਨਾ। ਮਾਵਾਂ ਤੇ ਧੀਆਂ ਨੇ ਮੈਨੂੰ ਸਤਾਇਆ ਬੜਾ ਸੀ, ਮੈਂ ਤੇਰੇ ਵੱਲ ਦੇਖ ਕੇ ਰੋਣਾ ਵਾਂ ਵੀ ਮੈਂ ਤੇ ਕੱਟ ਗੁਜ਼ਰਿਆ, ਇਹਦਾ ਕੀ ਬਣੂਗਾ?
ਇਹ ਸੱਚੀ ਘਟਨਾ, ਮੈਂ ਕੋਈ ਬਨਾਵਟੀ ਬਚਨ ਨਹੀਂ ਕਰਨ ਲੱਗਾ। ਤੇ ਨੌਜਵਾਨੋ ਹੁਣ ਸੇਧ ਲੈ ਲਓ, ਕਿਉਂਕਿ ਇਹ ਨੌਜਵਾਨਾਂ ਦਾ ਮੋਰਚਾ ਹੈ। ਮੈਂ ਇਹਨਾਂ ਦਿਨਾਂ ਵਿੱਚ ਜਦੋਂ ਦਾ ਮੋਰਚਾ ਲੱਗਿਆ ਪੰਜਾਬ ਦੇ ਵਿੱਚ ਘੁੰਮਿਆ, ਲੈ ਹੁਣ ਨੌਜਵਾਨ ਇਕੱਠੇ ਹੋ ਕੇ ਮੋਰਚੇ ਲਾਉਣ ਲੱਗ ਪਏ ਆ। ਉਹ ਮੈਂ ਕਿਹਾ ਨੌਜਵਾਨਾਂ ਨੇ ਜੇ ਮੋਰਚਾ ਲਾਇਆ ਨਾ ਤੇ ਜਵਾਨੀ ਵਿੱਚ ਇੰਨੀ ਤਾਕਤ ਹੁੰਦੀ ਏ, ਦਰਿਆਵਾਂ ਨੂੰ ਠੱਲ ਸਕਦੀ ਏ, ਸਮੁੰਦਰਾਂ ਨੂੰ ਠੱਲ ਸਕਦੀ ਏ, ਇੱਥੇ ਹਿਮਾਲਿਆ ਪਰਬਤ ਨਾਲ ਜਵਾਨੀ ਮੱਥਾ ਲਾ ਸਕਦੀ ਏ। ਤੁਸੀਂ ਕਿਹੜੀ ਗੱਲ ਕਰਦੇ ਹੋ? ਪਰ ਜੇ ਆ ਨੁਕਤਾ ਨੌਜਵਾਨ ਪੱਲੇ ਬੰਨ ਲੈਣ ਤਾਂ ਇੱਕ ਨੁਕਤੇ ਦੀ ਗੱਲ ਕਰਨ ਲੱਗਾ ਮੈਂ, ਨੁਕਤੇ ਦੀ ਗੱਲ। ਕਹਿੰਦਾ ਬਾਪੂ ਜੀ ਏਦਾਂ ਕਰੋ, ਫਿਰ ਪੂੰਝਦੇ ਹੋ ਆਪਣੀਆਂ ਅੱਖਾਂ ਦੇ ਹੰਝੂ। ਜੇ ਇਹ ਗੱਲ ਆ ਨਾ ਵੀ ਤੈਨੂੰ ਇਹਨਾਂ ਨੇ ਬੜਾ ਸਤਾਇਆ ਤੇ ਤੇਰਾ ਕੀ ਬਣੂਗਾ, ਅੱਧੀ ਮੁਸੀਬਤ ਤੂੰ ਲੈ ਚੱਲਿਆ। ਇੱਕ ਬੇਨਤੀ ਆ, ਕਹਿੰਦਾ ਇੱਕ ਤੇਲ ਦੀ ਪੀਪੀ ਦੇ ਦਿਓ, ਇੱਕ ਤੀਲਾਂ ਦੀ ਡੱਬੀ ਦੇ ਦਿਓ, ਇੱਕ ਛੱਜ ਦੇ ਦਿਓ, ਇੱਕ ਕੁੱਕੜ ਦੇ ਦਿਓ। ਸਾਰਾ ਕੁਝ ਸਹੁਰੇ ਨੇ ਗੱਡੇ ਤੇ ਰੱਖ ਦਿੱਤਾ, ਫੜੀ ਬਾਂਹ ਤੋਂ ਬਾਲੀ ਗੱਡੇ ਦੇ ਉੱਤੇ ਤੁਰ ਪੈ। 1 ਮੀਲ ਗੱਡਾ ਨਹੀਂ ਗਿਆ, ਮਾੜੀ ਕਿਸਮਤ ਸੱਜ ਸਣਕ ਪਿਆ। ਅੱਜ ਦਾ ਇਹ ਹੁਣ ਛਣਕਦਾ ਏ। ਪੁੱਛਿਆ ਨਹੀਂ, ਦੱਸਿਆ ਨਹੀਂ, ਕੁਹਾੜੀ ਫੜੀ ਤੇ ਟੁਕੜੇ ਕਰ ਦਿੱਤੇ। ਕਹਿੰਦਾ ਉਹ ਛਣਕਿਆਂ ਤੇ ਕਿਹਦੀ ਆਗਿਆ ਚ? 2 ਵੀ ਲੱਗੇ ਗਏ, ਮਾੜੀ ਕਿਸਮਤ ਕੁੱਕੜ ਨੇ ਬਾਂਗ ਦੇ ਦਿੱਤੀ, ਮਾਰ ਕੇ ਕੁਹਾੜੀ ਵੱਢ ਕੇ ਉਹ ਮਾਰਿਆ। ਉਹ ਕਾਜੀਆ ਬਾਂਗ ਦਿੱਤੀ ਤੇ ਕਿਹਦੀ ਆਗਿਆ ਚ? ਜਦ ਨੂੰ ਪਿੰਡ ਆ ਗਿਆ, ਗੱਡਾ ਚੀਕ ਪਿਆ, ਫੜ ਕੇ ਬਾਂਹ ਤੋਂ ਥੱਲੇ ਲਾ ਲਈ, ਬੌਲਦ ਪਾਸੇ ਕੀਤੇ, ਛਿੜਕ ਕੇ ਤੇਲ ਦੀ ਪੀਪੀ ਤੇ ਗੱਡੇ ਨੂੰ ਅੱਗ ਲਾ ਦਿੱਤੀ। ਕਹਿੰਦਾ ਚੀਕਿਆ ਤੇ ਚੀਕਿਆ ਕਿਹਦੀ? ਘਰ ਤੱਕ ਆਉਂਦੇ ਆ ਜਦੋਂ 3 ਕਾਂਡ ਦੇਖ ਲੈ ਵੀ ਛੱਜ ਛਣਕਿਆ, ਉਹ ਵੱਢ ਦਿੱਤਾ, ਮੁਰਗੇ ਨੇ ਬਾਂਗ ਦਿੱਤੀ ਝਟਕਾ ਕੇ, ਉਹ ਮਾਰਿਆ, ਗੱਡਾ ਚੀਕਿਆ, ਅੱਗ ਲਾ ਦਿੱਤੀ। ਜੇ ਮੈਂ ਛਣਕੀ ਤੇ ਮੇਰੀ ਖੈਰ ਨਹੀਂ, ਘਰੇ ਪੈਰ ਪਾਉਣ ਤੋਂ ਪਹਿਲਾਂ ਹੀ ਬੰਦੇ ਦੀ ਧੀ ਬਣ ਗਈ। ਗੱਜ ਕੇ ਕਹਿ ਦਿਓ ਸਤਨਾਮ ਵਾਹਿਗੁਰੂ। ਇਹ ਹੋ ਗਿਆ ਪਹਿਲਾ ਕਾਂਡ। ਇਹਨੂੰ ਐਵੇਂ ਨਾ ਸਮਝ ਲਿਓ, ਮੈਂ ਮਜ਼ਾਕੀਆ ਬਚਨ ਨਹੀਂ ਕਰਦਾ। ਬਾਬੇ ਨਾਨਕ ਦੀ ਨਗਰੀ ਤੋਂ ਆਇਆ, ਦੁਨੀਆ ਸੁਣ ਰਹੀ ਹੈ। ਭਾਈ ਮੇਜਰ ਸਿੰਘ ਖਾਲਸੇ ਨੂੰ ਇਸ ਕਰਕੇ ਸੱਦਿਆ ਕਿਉਂਕਿ ਅਮਰ ਸਿੰਘ ਜੀ 58 ਵਾਲੇ, ਸਿੱਧੂਪੁਰ ਵਾਲੇ ਦਾਦਾ ਉਸਤਾਦ ਜੀ, ਰਾਗੀ ਅਜੀਤ ਸਿੰਘ ਸੱਚਖੰਡ ਵਾਸੀ ਸਰੰਗੀ ਮਾਸਟਰ ਔਰ ਵੱਡਿਆਂ ਉਸਤਾਦਾਂ ਤੋਂ ਸੇਧਾ ਲੈ ਕੇ ਤੇ ਕੇਵਲ ਢਾਡੀ ਰਾਗ ਦੀ ਗੱਲ ਕਰਦੇ ਆ। ਵਾਹਿਗੁਰੂ ਨੇ ਏਡੀ ਵੱਡੀ ਔਰ ਦੁਨੀਆ ਦਾ ਇੱਕੋ ਇੱਕ ਜਥਾ ਜਿਹੜਾ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ 13 ਵਾਰ ਇਹਨਾਂ ਜਥੇ ਨੇ ਵਰਲਡ ਕੰਪਲੀਟ ਕੀਤਾ। ਏਡੀਆਂ ਤਹਿਆਂ ਪਾਸਪੋਰਟਾਂ ਦੀਆਂ ਔਰ ਦੁਨੀਆ ਦੇ ਹਰ ਕੋਨੇ ਵਿੱਚੋਂ ਮਾਣ ਮਿਲਿਆ। ਇਹ ਸਤਿਗੁਰੂ ਦੀ ਇੱਕ ਕਿਰਪਾ ਹੈ। ਕਈ ਵਾਰੀ ਕਹਿ ਦਿੰਦੇ ਨਾ ਜੀ ਹੁਣ ਪੁਰਾਣਾ ਢਾਡੀ ਰਾਗ ਜਿਹੜਾ ਉਹ ਵਿਸਰ ਗਿਆ। ਇੱਥੇ ਖੜੋਤੇ ਆ ਤੁਹਾਡੇ ਚਰਨਾਂ ਦੇ ਵਿੱਚ, ਗੁਰੂ ਦੀ ਰਹਿਮਤ ਹੈ। ਦੱਸੋ ਕਿਹੜੀ ਰੀਤ ਸੁਣਨੀ ਆ? ਇਹ ਨੌਜਵਾਨ ਸੁਣਾ ਕੇ ਜਾਣਗੇ। ਇਹ ਅਕਾਲ ਪੁਰਖ ਦੀ ਇੱਕ ਕਿਰਪਾ ਹੈ। ਇਹਦੇ ਤੋਂ ਅਗਲਾ ਕਾਂਡ ਮਹੀਨੇ ਹੋ ਗਿਆ 3 ਤੇ ਜ਼ਿਮੀਂਦਾਰ ਭਰਾ ਘਰ ਵਾਲੀ ਨੂੰ ਕਹਿੰਦਾ ਵੀ ਧੋਤੀ ਕੁੜਤਾ ਦੇ ਦੇ, ਮੈਂ ਧੀ ਜਵਾਈ ਦਾ ਹਾਲ ਪੁੱਛਿਆ ਵਾਂ। ਧੀ ਦਾ ਨਹੀਂ, ਵੈਸੇ ਪਿਓ ਧੀ ਦਾ ਹਾਲ ਪੁੱਛਣ ਜਾਂਦਾ, ਮੈਂ ਜਵਾਈ ਦਾ ਪੁੱਛਿਆ ਵਾਂ। 2:30 ਵਜੇ ਘਰੇ ਆਇਆ, ਬਾਪੂ ਜੀ ਮੱਥਾ ਟੇਕਦੀ, ਧੀਏ ਜਿਉਂਦੀ ਰਹਿ। ਵੇਖਿਆ ਤੇ ਕੰਮਕਾਰ ਦੀਆਂ ਤੇ ਪਰਲੋ ਲਿਆਂਦੀ ਪਈ, ਨਾ ਮੰਜਾ ਡਾਇਆ, ਨਾ ਚਾਹ, ਨਾ ਪਾਣੀ। ਬਲਦਾਂ ਨੂੰ ਗਤਾਵਾ ਕਰ ਦਿੱਤਾ, ਤੂੜੀ ਤੰਦ ਪਾ ਦਿੱਤਾ, ਪਾਣੀ ਤੱਤਾ, ਕਸ਼ਹਿਰਾ ਤੌਲੀਆ, ਕਿਉਂਕਿ ਪਤਾ ਹੈ ਕਿ 5:30 ਹੋ ਗਏ ਨੇ ਤੇ ਘਰ ਵਾਲੇ ਦੇ ਆਉਣ ਦਾ ਟਾਈਮ ਹੋ ਗਿਆ। ਬਲਦਾਂ ਦੇ ਕੋਲੋਂ ਪੰਜਾਲੀ ਲਾ ਕੇ ਖੁਰਲੀ ਤੇ ਬੰਨ ਦਿੱਤੇ, ਪਿੰਡਾਂ ਮਲ ਮਲ ਕੇ ਨਵਾਉਂਦੀ ਏ ਤੇ ਪਿਓ ਵੇਖ ਕੇ ਖੁਸ਼ ਹੁੰਦਾ ਏ। ਕਹਿੰਦਾ ਵਾਹ ਓ ਦਾਤਾ, ਗੱਲ ਨੁਕਤੇ ਦੀ ਏ। ਕਹਿੰਦਾ ਕੌਣ ਆਇਆ? ਬਾਪੂ ਜੀ। ਤੇ ਕਮਲੀਏ ਮੰਜਾ ਡਾਉਂਦੀ, ਕਹਿੰਦੀ ਜੀ ਤੁਸੀਂ ਤੇ ਮੋਟਰ ਖੂਹ ਤੇ ਗਏ ਸੀ, ਕਿਹਦੀ ਆਗਿਆ ਚ ਡਾਉਂਦੀ? ਕਿਉਂਕਿ ਮੁਰਗਾ ਵੱਢਿਆ ਦੀਦਾ ਸੀ, ਛੱਜ ਤੇ ਗੱਡਾ ਲੂਸਦਾ। ਕਹਿੰਦਾ ਚੱਲ ਫੇ ਤੈਨੂੰ ਆਗਿਆ। ਬਾਪੂ ਆਇਆ, ਮੰਜਾ ਡਾ। ਮੰਜਾ ਡੱਠ ਗਿਆ, ਨਹਾ ਧੋ ਕੇ ਬਹਿ ਗਏ, ਆ ਗਿਆ ਪੈਗ ਸ਼ੈਗ। ਤੇ ਜਦੋਂ ਬੰਦੇ ਨੂੰ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਨਾ, ਕਰਮਾਂ ਵਾਲਿਓ, ਬਜ਼ੁਰਗ ਨੂੰ ਫਿਰ ਜਵਾਈ ਦੇ ਵਿੱਚੋਂ ਇੱਕ ਆਸ ਦੀ ਕਿਰਨ ਨਜ਼ਰ ਆਈ। ਲੈ ਗਿਆ ਖੂਹ ਤੇ ਜਾ ਕੇ ਬਜ਼ੁਰਗ ਨੇ ਜਵਾਈ ਦੇ ਚਰਨ ਫੜ ਲਏ। ਚਰਨ ਵੀ ਮੇਰਾ ਉਸਤਾਦ ਬਣ। ਤੇਰੇ ਵੱਲ ਦੇਖ ਕੇ ਮੇਰੇ ਅੰਦਰ ਵੀ ਇੱਕ ਜੀਵਨ ਦੀ ਜਗਿਆਸਾ ਪੈਦਾ ਹੋਈ ਹੈ। ਜਿੱਦਾਂ ਇਹ ਸੁਧਰੀ, ਕਿਤੇ ਮੇਰੇ ਵਾਲੀ ਸੁਧਰ ਜਾਵੇ ਨਾ ਤੇ ਮੇਰੇ ਵੀ 4 ਸਾਲ ਸੌਖੇ ਲੰਘ ਜਾਣ। ਇਹ ਤੁਹਾਨੂੰ ਹੁਣ ਸੁਧਾਰਨ ਦਾ ਨੁਕਤਾ ਦੱਸਣ ਲੱਗਾ ਵੀ ਇਹਨਾਂ ਨੇ ਕਿੱਦਾਂ ਸੁਧਰਨਾ। ਇਹ ਵਿਗੜ ਚੁੱਕੇ ਆ। ਤੇ ਜਵਾਈ ਵੀ ਨੌਜਵਾਨ ਤੁਹਾਡੇ ਵਰਗਾ ਹੰਡਿਆ ਵਰਤਿਆ। ਨੌਜਵਾਨੋ, ਬੜਾ ਜਜ਼ਬਾ ਹੈ ਤੁਹਾਡੇ ਅੰਦਰ, ਪਰ ਸ਼ਰਤ ਹੈ ਕਿ ਉਸ ਜਜ਼ਬੇ ਨੂੰ ਉਜਾਗਰ ਕਿੱਦਾਂ ਕਰਨਾ ਹੈ, ਉਹਨੂੰ ਦੁਨੀਆ ਦੇ ਸਾਹਮਣੇ ਮਾਡਲ ਕਿੱਦਾਂ ਬਣਨਾ ਹੈ, ਉਹਨੂੰ ਪੇਸ਼ਕਾਰੀ ਕਿੱਦਾਂ ਕਰਨੀ ਹੈ। ਇਹ ਚੰਗਿਆਂ ਉਸਤਾਦਾਂ ਤੋਂ ਮਾਰਾਂ ਖਾਣੀਆਂ ਪੈਂਦੀਆਂ ਨੇ। ਅਗਲੀ ਨੁਕਤੇ ਦੀ ਗੱਲ, ਕਹਿੰਦਾ ਬਾਪੂ ਜੀ ਪਿੰਡ ਨੂੰ ਜਾਣਾ ਹੈ ਨਾ, ਸਵੇਰੇ ਰਾਹ ਵਿੱਚ ਘੁਮਿਆਰਾਂ ਦਾ ਆਵਾ ਆਉਂਦਾ ਏ, ਇੱਕ ਕੱਚਾ ਘੜਾ ਲੈ ਜਿਓ ਤੇ ਇੱਕ ਪੱਕਾ ਲੈ ਜਿਓ। ਕੱਚੇ ਨੂੰ ਇੱਧਰ ਛੋੜ ਲਿਓ ਤੇ ਪੱਕੇ ਨੂੰ ਇੱਧਰ, ਪਾਣੀ ਪਾ ਕੇ ਲੱਡੂ ਵਟਿਓ। ਮੈਂ ਆਵਾਂਗਾ 5 ਦਿਨਾਂ ਤੱਕ, ਨੁਕਤਾ ਦੱਸ ਕੇ ਜਾਵਾਂਗਾ। ਨੁਕਤਾ ਤੇ ਉਦੋਂ ਹੀ ਦੱਸ ਦਿੱਤਾ। ਹੁਣ ਕੱਚੀ ਮਿੱਟੀ ਦੇ ਤੇ ਭਰਾਵੋ ਲੱਡੂ ਜਿਹੜੇ ਸੀ ਨਾ, ਉਹ ਤੇ ਫਟਾਫਟ ਵਟੇ ਗਏ। ਤੇ ਜਿਹੜਾ ਪੱਕਾ ਘੜਾ ਸੀ 5 ਦਿਨ ਲੱਗਾ ਰਿਹਾ, ਲੱਡੂ ਨਾ ਵਟ ਹੋਏ। ਆ ਗਿਆ ਜਵਾਈ, ਦੱਸ ਬਈ
ਉਸਤਾਦਾ ਨੁਕਤਾ ਜਵਾਈ ਨੂੰ ਉਸਤਾਦ ਕਹਿੰਦਾ ਏ, ਕਹਿੰਦਾ ਬਾਪੂ ਜੀ ਪਹਿਲਾਂ ਲੱਡੂ ਵਿਖਾਓ। ਕਹਿੰਦਾ ਪੁੱਤਰਾ ਤੇ ਉਦੋਂ ਹੀ ਕੱਚੀ ਮਿੱਟੀ ਦੇ ਵਟੇ ਗਏ ਸੀ, ਆ ਪੱਕੀ ਦੇ 5 ਦਿਨ ਹੋ ਗਏ ਹੱਲੇ ਤੱਕ ਨਹੀਂ ਵੱਟ ਹੋਏ। ਕਹਿੰਦਾ ਬਾਪੂ ਮੇਰੇ ਵਾਲੀ ਕੱਚੀ ਸੀ ਉਹ ਸੁਧਰ ਗਈ ਆ, ਤੇਰੇ ਵਾਲੀ ਪੱਕੀ ਇਹ ਨਹੀਂ ਸੁਧਰਨੀ। ਇਹ ਸਾਲੇ ਜਿਹੜੇ ਮਾਫ ਕਰਨਾ ਗੁਰੂ ਦੇ ਪਿਆਰ ਵਾਲਿਓ, ਜਿਹੜੇ ਪੱਕ ਜਾਂਦੇ ਢੀਠ ਹੋ ਜਾਂਦੇ, ਇਹ ਤਖਤ ਹੀ ਏਦਾਂ ਦਾ ਏ, ਜਿਹੜਾ ਵੀ ਇਹਦੇ ਤੇ ਆਣ ਕੇ ਬਹਿ ਜਾਂਦਾ ਨਾ ਉਹਦੇ ਸੁਧਰਨਾ ਉਹਦੇ ਵੱਸ ਦੀ ਗੱਲ ਨਹੀਂ ਰਹਿੰਦੀ। ਪਰ ਜੇ ਇਹ ਨਹੀਂ ਸੁਧਰੇ ਤੇ ਸੁਧਰੇ ਅਸੀਂ ਵੀ ਨਹੀਂ, ਕਿਉਂਕਿ ਸਾਡੇ ਅੰਦਰ ਵੀ ਉਹੋ ਹੀ ਗੁਰੂਆਂ ਦੀ ਤਾਕਤ ਏ। ਜੇ ਵਕਤ ਦੇ ਬਾਦਸ਼ਾਹ ਜਹਾਂਗੀਰ ਨੇ 6 ਫੁੱਟ ਉੱਚੇ ਤਖਤ ਉੱਤੇ ਬਹਿ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀਆਂ ਤਵੀਆਂ ਉੱਤੇ ਬਿਠਾ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਤੇ ਤਵੀ ਤੋਂ ਗੱਲ ਤਲਵਾਰ ਤੱਕ ਗਈ, ਉਹਦੇ ਮੁਕਾਬਲੇ ਦੇ ਉੱਤੇ 12 ਫੁੱਟ ਉੱਚਾ ਅਕਾਲ ਦਾ ਤਖਤ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਆ ਗਰਦਾਸ ਬਣਾਇਓ। ਇਹ ਪਹਿਲੀ ਦਿੱਲੀ ਦੀ ਹਕੂਮਤ ਨੂੰ, ਦਿੱਲੀ ਦੇ ਤਖਤ ਨੂੰ 6ਵੇਂ ਪਾਤਸ਼ਾਹ ਦਾ ਇੱਕ ਚੈਲੰਜ ਸੀ, ਇੱਕ ਵੰਗਾਰ ਸੀ ਕਿ ਜੇ ਤੂੰ 6 ਫੁੱਟ ਉੱਤੇ ਤਖਤ ਦੇ ਉੱਤੇ ਬਹਿ ਕੇ ਗੁਰੂਆਂ ਦੇ ਉੱਤੇ ਰੱਬ ਪਿਆਰਿਆਂ ਦੇ ਉੱਤੇ ਫਤਵੇ ਲਾਉਣਾ ਹੈ ਨਾ, ਉਹਨਾਂ ਨੂੰ ਸ਼ਹੀਦ ਕਰਨ ਦੇ ਹੁਕਮ ਦਿੰਨਾ, ਕਤਲ ਕਰਨ ਦੇ ਹੁਕਮ ਦਿੰਨਾ, ਸਾੜਨ ਦੇ ਹੁਕਮ ਦਿੰਨਾ, ਤੇਰੇ 6 ਫੁੱਟ ਉੱਚੇ ਤਖਤ ਦੇ ਹੈ ਕਿਸੇ ਦੇ ਦਿਲ ਵਿੱਚ ਇਹ ਗੱਲ? ਆ ਸ਼ਰਮ ਆਉਂਦੀ ਏ ਜਦੋਂ ਸਰਹੰਦ ਵਰਗੇ ਮੇਲਿਆਂ ਉੱਤੇ 550 ਸਾਲਾ ਸੁਲਤਾਨਪੁਰ ਲੋਧੀ ਬਣਾਇਆ ਤੇ BA MA ਪੜ੍ਹੇ, MCOM ਪੜ੍ਹੇ, BA ਤੱਕ ਪੜ੍ਹੇ, B.Ed ਤੱਕ ਪੜ੍ਹੇ, ਨੌਜਵਾਨਾਂ ਦੇ ਸਾਹਮਣੇ ਧੀਆਂ ਪੁੱਤਰਾਂ ਦੇ ਜਦੋਂ ਮੀਡੀਆ ਵਾਲੇ ਜਾ ਕੇ ਪੁੱਛਦੇ ਕਿਹੜੀ ਧਰਤੀ ਹੈ, ਇੱਥੇ ਕੀ ਹੋਇਆ ਸੀ, ਤੇ ਸਾਰੇ ਜਣੇ ਨੀਵੀਂ ਜੀ ਪਾ ਕੇ ਚਲੇ ਜਾਂਦੇ। ਸਰਹੰਦ ਦਾ ਨਹੀਂ ਕਿਸੇ ਨੂੰ ਪਤਾ। ਨੌਜਵਾਨੋ ਜਿੰਨਾ ਚਿਰ ਇਤਿਹਾਸ ਨਹੀਂ ਸੁਣਦੇ, ਇਤਿਹਾਸ ਪੱਲੇ ਨਹੀਂ ਬੰਨਦੇ, ਨੱਚ ਲਓ ਟੱਪ ਲਓ ਜੋ ਕੁਝ ਮਰਜ਼ੀ ਕਰ ਲਓ, ਤੁਰਲੇ ਲਾ ਲਓ, ਜੋ ਕੁਝ ਮਰਜ਼ੀ ਕਰ ਲਓ, ਕੱਖ ਨਹੀਂ ਜੇ ਪੱਲੇ ਪੈਣਾ। ਮੇਰੀ ਗੱਲ ਦਾ ਗਿਲਾ ਨਾ ਕਰਿਓ, ਤੁਸੀਂ ਬੜਾ ਚੰਗਾ ਕੀਤਾ, ਇੰਨਾ ਮਾਣ ਦਿੱਤਾ। ਮੈਂ ਸਿੱਧੂ ਭਾਜੀ ਤੇ ਸੈਕਟਰੀ ਸਾਹਿਬ ਮੇਰੇ ਵੀਰ ਜੀ ਮੈਨੂੰ ਕਹਿੰਦੇ ਖਾਲਸਾ ਜੀ ਵੀ ਕਿੱਦਾਂ, ਮੈਂ ਕਿਹਾ ਵੀ ਬੋਲੀਆਂ ਤੋਂ ਮਗਰੋਂ ਤੇ ਔਖਾ ਜਿਹਾ ਲੱਗਦਾ ਏ, ਜੇ ਕੁਝ ਸੁਣਨਾ ਏ ਤੇ ਬੜੀ ਦੂਰ ਤੋਂ ਚੱਲ ਕੇ ਆਏ ਆ ਤੇ ਇਧਰੋਂ ਤੁਹਾਡਾ ਸੱਦਾ ਵੀ ਗਿਆ ਸੀ, ਬੜੇ ਦਿਨਾਂ ਦੇ ਜਜ਼ਬਾਤ ਸੀ ਤੇ ਟਾਈਮ ਵੀ ਬੜਾ ਖੁੱਲਾ ਸੀ। ਪਰ ਖੈਰ ਕੋਈ ਗੱਲ ਨਹੀਂ, ਟਾਈਮ ਤੇ 1 ਸਕਿੰਟ ਹੀ ਬੜਾ ਹੁੰਦਾ। ਸਤਿਗੁਰੂ ਕਰੇ ਕਿਰਪਾ। ਆਓ ਨੁਕਤੇ ਦੀ ਗੱਲ ਕਰਨ ਲੱਗਾ। ਕਰਮਾਂ ਵਾਲਿਓ, ਗੱਲ ਤਵੀ ਤੋਂ ਤਲਵਾਰ ਤੱਕ ਕਿੱਦਾਂ ਗਈ ਏ ਤੇ 6 ਫੁੱਟ ਉੱਚੇ ਦਿੱਲੀ ਦੇ ਤਖਤ ਦੇ ਮੁਕਾਬਲੇ ਤੇ 12 ਫੁੱਟ ਉੱਚਾ ਅਕਾਲ ਦਾ ਤਖਤ ਆਪਣੇ ਹੱਥੀ ਬਣਾ ਕੇ ਉਹਦੇ ਤੇ ਬਹਿ ਕੇ ਪਹਿਨ ਕੇ ਮੀਰੀ ਤੇ ਪੀਰੀ ਦੀਆਂ 2 ਤੇਗਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੀ ਉਪਕਾਰੀ। ਨੁਕਤਾ ਸੁਣ ਲਓ, ਨੁਕਤਾ ਬਸ ਮੈਂ ਮਿੰਟ 5-7 ਹੀ ਲਾਉਣੇ ਆ, ਇੱਕੋ ਹੀ ਚੀਜ਼ ਕਹਿਣੀ ਆ, ਅੱਧੇ ਘੰਟੇ ਤੋਂ ਬਾਅਦ ਮੈਂ ਅਵੱਗਿਆ ਨਹੀਂ ਕਰਨੀ। ਤੇ ਧੰਨਵਾਦ ਇੰਨਾ ਕੁ, ਸ਼ਾਇਦ ਬੜੇ ਬੜੇ ਬੁਲਾਰੇ ਆਏ ਨੇ, ਇਹ ਪਹਿਲਾ ਢਾਡੀ ਯਥਾ ਹੋਏਗਾ ਜਿਹਨੂੰ ਸਾਰੇ ਤੁਸੀਂ ਪਿਆਰ ਨਾਲ ਤੇ ਇੰਨੇ ਸਤਿਕਾਰ ਨਾਲ ਸੁਣ ਰਹੇ ਹੋ ਤੇ ਦੁਨੀਆ ਦੇ ਅੱਧੇ ਮੁਲਕਾਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਲਾਈਵ ਟੈਲੀਕਾਸਟ ਜੋ ਹੋ ਰਿਹਾ ਇਹ ਸੁਣਿਆ ਜਾ ਰਿਹਾ। ਵੀਰੋ ਗੱਲ ਇਹ ਆ, 5ਵੇਂ ਗੁਰਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਤੇ ਸੰਗਤਾਂ ਕਹਿੰਦੀਆਂ ਅਸੀਂ ਲਾਹੌਰ ਤੇ ਹਮਲਾ ਕਰੀਏ। ਇਹ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਫਿਰ ਸਾਂਝਾ ਕਰਨਾ। ਭਾਈ ਗੁਰਦਾਸ ਜੀ ਨੇ ਜਦੋਂ ਇਹ ਗੱਲ ਕਹੀ, ਕੌਮ ਦੇ ਪਹਿਲੇ ਢਾਡੀ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾ ਜੀ ਆ ਗਏ ਰਣ ਅੰਦਰ, ਮਹਾਰਾਜ ਦੇ ਚਰਨਾਂ ਤੇ ਟੇਕਿਆ ਮੱਥਾ, ਮੀਰੀ ਪੀਰੀ ਵਾਲੇ ਗੁਰੂ ਨੇ ਦਿੱਤਾ ਕੰਡ ਉੱਤੇ ਥਾਪੜਾ। ਢਾਡੀਆਂ ਵਿੱਚ ਇੱਕ ਹਿੰਮਤ ਹੁੰਦੀ ਏ। ਦੁਨੀਆ ਦੇ ਅੰਦਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇੱਕ ਢਾਡੀ ਹੋਏ ਨੇ ਜਿਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਓਟ ਲੈ ਕੇ ਦਿੱਲੀ ਹਕੂਮਤ ਨੂੰ ਚੈਲੰਜ ਕਰਦਿਆਂ ਇਹ ਗੱਲ ਸਟੇਜ ਦੇ ਉੱਤੇ ਆਣ ਕੇ ਕਹੀ ਕਿ 2 ਤਲਵਾਰੀ ਬੱਧੀਆਂ, ਕਬੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਵਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੋਸਤਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਦਾਤਿਆ ਤੇਰੀ ਦਸਤਾਰ ਦੇ ਸਾਹਮਣੇ ਜਹਾਂਗੀਰ ਦੀ ਪਗੜੀ ਦੀ ਕੀ ਹੈਸੀਅਤ ਏ। ਤੇ ਜਿੱਥੋਂ ਤੱਕ ਧਰਮ ਤੇ ਰਾਜਨੀਤੀ ਦੀ ਗੱਲ ਹੈ, ਇਹਦੇ ਵਿੱਚ ਇੱਕ ਬੜਾ ਵੱਡਾ ਅੰਤਰ ਹੈ। ਪਰ ਮੈਂ ਨੁਕਤੇ ਦੇ ਨਾਲ ਦੱਸਣਾ ਚਾਹੁੰਦਾ, ਸਮਝਣ ਦਾ ਯਤਨ ਕਰਿਓ। ਮੱਸੇ ਰੰਗੜ ਦੇ ਹਰਬੰਦਰ ਦੇ ਅੰਦਰ ਵੇਸਵਾਨ ਚਾਈ ਬਲਾਕਾ ਸਿੰਘ ਜੀ ਕੰਗ ਪਹੁੰਚੇ ਬੁੱਢਾ ਜੌੜ। ਉਸ ਵੇਲੇ ਕੌਮ ਦੇ ਜਥੇਦਾਰ ਬੁੱਢਾ ਸਿੰਘ ਨੇ ਧਰਮ ਨਹੀਂ ਵਰਤਿਆ, ਉਹਨੇ ਰਾਜਨੀਤੀ ਵਰਤੀ ਆ। ਰਾਜਨੀਤੀ ਕੀ ਹੁੰਦੀ ਤੇ ਧਰਮ ਕੀ ਹੁੰਦਾ, ਇੱਕ ਨੁਕਤੇ ਦੀ ਗੱਲ ਏ। ਕਿੱਦਾਂ ਰਾਜਨੀਤੀ ਵਰਤੀ? ਸਟੇਜ ਉੱਤੇ ਖੜ ਗਿਆ, ਮਿਆਨ ਦੇ ਵਿੱਚੋਂ ਕਿਰਪਾਨ ਕੱਢੀ ਤੇ ਕੌਮ ਨੂੰ ਸੰਬੋਧਨ ਕਰਕੇ ਕਹਿੰਦਾ ਕੋਈ ਸੂਰਮਾ ਉੱਠੇ ਤੇ ਮੱਸੇ ਦਾ ਸਿਰ ਵੱਢ ਕੇ, ਭਾਵ ਕਿ ਕੰਮ ਕਰਨਾ ਨਹੀਂ ਕੰਮ ਕਰਵਾਉਣਾ। ਇਹ ਰਾਜਨੀਤਿਕ ਲੋਕ ਤੁਹਾਡੇ ਤੋਂ ਹੁਣ ਤੱਕ ਕਰਵਾਉਂਦੇ ਰਹੇ ਆ। ਤੇ ਧਰਮ ਕਿਹਨੂੰ ਕਹਿੰਦੇ ਆ? ਜਦੋਂ ਅਬਦਾਲੀ ਨੇ ਹਰਬੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ, ਖਬਰਾਂ ਪਹੁੰਚੀਆਂ ਬੁੱਢੇ ਜਰਨੈਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੋਲ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ,
ਜੋਧੇ ਨੇ ਧੂਲਿਆ ਖੰਡਾ ਮਾਲਾ ਰੱਖ ਦਿੱਤੀ, ਖਿੱਚ ਕੇ ਧਰਤੀ ਦੀ ਹਿੱਕ ਉੱਤੇ ਲਕੀਰ, ਕਹਿੰਦਾ ਮੇਰੇ ਗੁਰੂ ਘਰ ਦੇ ਉੱਤੇ ਦੁਸ਼ਟਾਂ ਦਾ ਕਬਜ਼ਾ ਏ, ਮੈਂ ਸਿਰ ਦੇਣ ਚੱਲਿਆ ਗੁਰੂ ਨੂੰ ਤੇ ਗੁਰੂ ਦੇ ਘਰ ਨੂੰ ਆਜ਼ਾਦ ਕਰਾਉਣ ਚੱਲਿਆ, ਜਿਹਨੇ ਜਾਣਾ ਆ ਜਾਓ। ਉਹਨੇ ਕਿਹਾ ਇਹ ਕੋਈ ਸਿਰ ਵੱਢ ਕੇ ਲਿਆਓ ਰਾਜਨੀਤੀ ਹੈ, ਉਹਨੇ ਕਿਹਾ ਮੈਂ ਸਿਰ ਦੇਣ ਚੱਲਿਆ, ਜਿਹਨੇ ਮੇਰੇ ਨਾਲ ਜਾਣਾ ਇਹ ਧਰਮ ਹੈ। ਹੁਣ ਅਗਲੀ ਗੱਲ, ਤੁਸੀਂ ਸਿਆਣੇ ਹੋ ਤੇ ਜਿਹੜੇ ਧਾਰਮਿਕ ਬੰਦੇ ਨੇ ਉਹ ਗੁਰੂ ਦੇ ਚਰਨਾਂ ਤੋਂ ਓਟ ਲੈਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਲਈ ਗੁਰੂ ਦੇ ਚਰਨਾਂ ਤੋਂ ਓਟ, ਹੱਥ ਜੋੜ ਕੇ ਕਹਿੰਦਾ ਕਲਗੀਆਂ ਵਾਲਿਆ ਪੰਜਾਬ ਨੂੰ ਤੋੜਨ ਲੱਗਾ, ਪੁੱਤਰ ਵਾਸਤੇ ਹੁਕਮ ਕੀ ਆ? ਤੇ ਗੁਰੂਆਂ ਨੂੰ ਕਿਉਂ ਭੁੱਲਦੇ ਆ? ਗੁਰੂਆਂ ਨੇ ਇਹ ਨਹੀਂ ਕਿਹਾ ਕਿ ਮੇਰੇ ਬੱਚਿਆਂ ਦਾ ਬਦਲਾ ਲਵੀਂ, ਮੇਰੀ ਮਾਂ ਦਾ ਬਦਲਾ ਲਵੀਂ। ਗੁਰੂ ਨੇ ਕਿਹਾ ਕੀ ਹੈ? ਕਹਿੰਦਾ ਜਾ ਪੰਜਾਬ ਨੂੰ ਆਜ਼ਾਦ ਕਰਾ ਤੇ ਦੁਖੀ ਕਿਸਾਨਾਂ ਦੇ ਹੰਝੂ ਪੂੰਝ ਕੇ ਉਹਨਾਂ ਦੇ ਦਿਲ ਉੱਤੇ ਹਮਦਰਦੀ ਦੀ ਮਲਮ ਲਾ ਕੇ ਜਿਹੜੀਆਂ ਪੈਲੀਆਂ ਵਾਹੁੰਦੇ ਨੇ ਰਜਿਸਟਰੀਆਂ ਤੇ ਇੰਤਕਾਲ ਉਹਨਾਂ ਦੇ ਨਾਮ ਕਰਵਾ ਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂਆਂ ਤੋਂ ਮੁਨਕਰ ਨਾ ਹੋਵੋ, ਗੁਰੂਆਂ ਦੀ ਬਾਣੀ ਤੋਂ ਬਿਨਾ, ਗੁਰੂਆਂ ਦੇ ਅੰਮ੍ਰਿਤ ਤੋਂ ਬਿਨਾ ਤੇ ਗੁਰੂਆਂ ਦੀ ਰਹਿਮਤ ਤੋਂ ਬਿਨਾ ਤੇ ਗੁਰੂਆਂ ਦੇ ਉਪਦੇਸ਼ ਤੋਂ ਬਿਨਾ ਮੋਰਚੇ ਫਤਿਹ ਨਹੀਂ ਹੋਣੇ। ਫਤਿਹ ਬੁਲਾ ਦਿਆ ਕਰੋ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤਾ ਜੀ ਹੁਕਮ ਕੀ ਆ? ਮਹਾਰਾਜ ਕਹਿੰਦੇ ਪੰਜਾਬ ਆਜ਼ਾਦ ਕਰਾ ਤੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਵਾ। ਇੱਕ ਕਲਗੀ ਵਾਲਾ ਗੁਰੂ ਆਪਣੇ ਪੁੱਤਰ ਨੂੰ ਤੋੜਨ ਲੱਗਾ, ਕੀ ਕਹਿੰਦਾ? ਬੰਦਾ ਸਿੰਘ ਸਜਾ ਕੇ ਤੋਰਿਆ, ਉਹਨੂੰ ਦੇ ਖੰਡੇ ਦਾ ਨੀਰ। ਮਕਬੂਲ ਹੋਇਆ ਸੀ, ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ। ਇਹ ਨੌਜਵਾਨ ਦਾ ਗਾਇਆ ਹੋਇਆ ਗੀਤ ਹੈ। ਆਵਾਜ਼ ਇਹ ਹੈ ਅਮਰਜੀਤ ਸਿੰਘ ਆਲਮ ਮੱਧੂ ਸ਼ਾਂਗੀਆ। ਢਾਡੀ ਜਗਤ ਦਾ ਹੀਰਾ ਏ ਤੇ ਹੀਰਿਆਂ ਨੂੰ ਇਹ ਯੋਰੀ ਪਹਿਚਾਣਦੇ ਨੇ। ਆਓ ਇਹਨਾਂ ਦੀ ਬੁਲੰਦ ਆਵਾਜ਼ ਵਿੱਚ ਸੁਣਦੇ ਆ ਕਿ ਗੋਦਾਵਰੀ ਨਦੀ ਦੇ ਕੰਢੇ ਤੋਂ ਮੱਥਾ ਗੁਰੂ ਨੂੰ ਟੇਕਦਾ ਏ ਇਹ ਯੋਧਾ ਬਾਬਾ ਬੰਦਾ ਸਿੰਘ। ਗੁਰੂ ਜੀ ਕੀ ਕਰਨਾ ਏ? ਮੈਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਤੇ ਤੋੜਨ ਲੱਗੇ ਉਹ ਪੰਜਾਬ ਨੂੰ। ਹੁਕਮ ਕੀ ਆ? ਪੁੱਤਰਾ ਕਿਸਾਨ ਦੁਖੀ ਨੇ, ਮਜ਼ਦੂਰ ਦੁਖੀ ਨੇ, ਜਨਤਾ ਦੁਖੀ ਏ, ਪੈਲੀਆਂ ਦੇ ਹੱਕ ਜ਼ਾਲਮਾਂ ਨੇ ਖੋਲੇ ਨੇ, ਉਹਨਾਂ ਦੇ ਹੱਕ ਦਿਵਾਉਣ ਵਾਸਤੇ ਪੁੱਤਰਾ ਤੁਰ ਜਾ। ਕੰਧ ਉੱਤੇ ਥਾਪੜਾ ਦੇ ਕੇ ਗੁਰੂ ਕਹਿੰਦਾ ਏ ਜੇ ਤੂੰ ਬੰਦਾ ਮੇਰਾ ਬੰਦਿਆਰੋ ਬੰਦਗੀ ਦੇ ਵਿੱਚ ਬੰਦ, ਕਦੇ ਹੱਸ ਕਟਾਉਣੇ ਪੈਣਗੇ ਸੋਹਣੀ ਸਿੱਖੀ ਲਈ ਬੰਦ ਬੰਦ। ਔਰ ਰੋਪੜੋ ਅੱਗੇ ਸਿੰਘ ਜੀ ਇੱਕ ਸ਼ਹਿਰ ਵਸੇ ਸਰਹੰਦ, ਉੱਥੇ 13 ਪੌਣ ਉਸਰੀ ਇੱਕ ਖੂਨਨ ਪਾਪਣ ਕੰਧ। ਪੰਜਾਬ ਦੇ ਅੰਦਰ ਜ਼ੁਲਮ ਹੋਇਆ, ਉੱਥੇ ਦੁਖੀ ਕਿਸਾਨ ਨੇ ਰੋ ਰਹੇ ਤੇ ਬਣ ਜਾ ਉਹਨਾਂ ਦਾ ਛੰਦ। ਮੇਰੇ ਪੁੱਤਰਾ ਉਹਨਾਂ ਦੇ ਵਾਸਤੇ ਪੰਜਾਬ ਦੀ ਧਰਤੀ ਨੂੰ ਚੱਲਿਆ ਏ। ਗੁਰੂ ਕੀ ਕਹਿੰਦਾ? ਬੰਦਾ ਸਿੰਘ ਸਜਾ ਕੇ ਤੋਰਿਆ। ਕਹਿੰਦੇ 5 ਵਜਣ ਦੇ ਗੁਰਾਰੇ। ਸਰੰਗੀ ਵੱਜ ਰਹੀ ਹੈ। ਬੱਚੇ ਦੀ ਉਮਰ ਭਾਵੇਂ 38 ਸਾਲ ਹੈ, ਪਰ ਸਰੰਗੀ ਦੀ ਉਮਰ ਜਿਹੜੀ ਖਾਲਸਾ ਜੀ 100 ਸਾਲ ਤੋਂ ਟੱਪ ਚੁੱਕੀ ਹੈ। ਬਾਪੂ ਅਮਰ ਸਿੰਘ ਜੀ 58 ਸਿੱਧੂਪੁਰ ਵਾਲੇ ਇੱਕ ਭਜਲਾਂ ਵਾਲੇ ਸ਼ੌਂਕੀ ਜੀ ਹੋਏ ਆ। ਇੱਕ ਸਾਡੇ ਦਾਦਾ ਜੀ ਰਾਗੀ ਅਜੀਤ ਸਿੰਘ ਦਾ ਇਹ ਪੋਤਰਾ ਏ
ਗੋਲਡ ਮੈਡਲਿਸਟ ਵਾਇਸ ਐਂਡ ਇੰਸਟਰੂਮੈਂਟਲੀ ਯੂਨੀਵਰਸਿਟੀ ਅੰਮ੍ਰਿਤਸਰ। ਮਹਾਰਾਜ ਦੀਆਂ ਮਿਹਰਾਂ, ਤਰਲੋਚਨ ਸਿੰਘ ਤੀਰ ਜਿਹਨੂੰ ਦੁਆਬੇ ਦੀ ਬਿਜਲੀ ਤੁਸੀਂ ਸੁਣਿਆ ਹੋਵੇਗਾ, ਦਲੀਪ ਸਿੰਘ ਮਸਤ ਸਮਰਾਵਾਂ ਵਾਲਾ। ਵਾਹਿਗੁਰੂ ਕਿਰਪਾ ਕਰੇ ਉਹ ਖਿਤਾਬ ਮਿਲੇ। ਆਓ ਇਹ ਸਰੰਗੀ ਦੇ ਪੋਟੇ ਮੇਰੇ ਵੀਰ ਸੈਕਟਰੀ ਸਾਹਿਬ ਸਿਬੀਆ ਸਾਹਿਬ ਦੇ ਸ਼ਾਗਿਰਦ ਨੇ ਔਰ ਬੜੇ ਪਿਆਰ ਵਾਲੇ ਸਤਿਕਾਰ ਵਾਲੇ। ਭਾਜੀ ਆਨੰਦ ਆ ਗਿਆ ਜੀ, ਮੈਂ ਇੰਨਾ ਕਿ ਤੁਹਾਡਾ ਧੰਨਵਾਦ ਕਰਾਂ। ਤੁਹਾਨੂੰ ਵਾਲਕ ਚੜ੍ਹਦੀ ਤੁਸੀਂ ਇੱਕ ਗੱਲ ਕਹੀ ਸੀ ਵੀ ਫਿਰ ਵੀ ਜਦੋਂ ਹੁਕਮ ਕਰਦੇ ਹੋਗੇ, ਸਟੇਜ ਤੇ ਖੜਾ ਦੁਨੀਆ ਸੁਣ ਰਹੀ ਆ ਤੇ ਹੁਕਮ ਕਰਦੇ ਹੋ, ਜਿੱਦਣ ਲੋੜ ਹੈ ਖੁੱਲੇ ਟਾਈਮ ਦੀ ਤੁਹਾਡੇ ਚਰਨਾਂ 'ਚ ਹਾਜ਼ਰ ਹੈ। ਪਿਆਰ ਮਿਲਿਆ, ਸਤਿਕਾਰ ਮਿਲਿਆ ਔਰ ਇੱਕ ਮੈਂ ਦੇਖ ਰਿਹਾ ਕਿ ਤੁਸੀਂ ਹੱਕਾਂ ਦੀ ਲੜਾਈ ਲਈ ਜਜ਼ਬਾ ਲੈ ਕੇ ਆਏ ਹੋ। ਆਓ ਬੰਦਾ ਸਿੰਘ ਗੁਰੂ ਦੇ ਕੋਲ ਥਾਪੜਾ ਲੈ ਕੇ ਤੁਰਿਆ। ਉਹਦੇ ਪੰਜ ਪਿਆਰੇ ਨਾਲ ਸੀ। ਉਹਦੇ ਪੰਜ ਪਿਆਰੇ ਨਾਲ ਸੀ, ਜਿਹੜੇ ਬਚਨਾਂ ਦੇ ਬਲਬੀ ਉਹਨੂੰ ਤੋਰਿਆ ਵੱਲ ਪੰਜਾਬ ਦੇ। ਉਹਨੂੰ ਤੋਰਿਆ ਵੱਲ ਪੰਜਾਬ ਦੇ। ਕਹਿੰਦੇ ਸਭੇ ਤਾਕਤਾਂ ਪੂਰੀਆਂ। ਹੌਸੇ ਚੋਟਾ ਮਾਰ ਕੇ ਕਹਿੰਦੇ ਆਵੇ ਮੰਜਲਾ ਮਾਰਦਾ। ਕਹਿੰਦੇ ਆਏ ਮੰਜਲਾ ਮਾਰਦਾ, ਸਭ ਮੁਸ਼ਕਲ ਪੈਣੇ ਚੀਰ ਉਹਨੂੰ ਪਰਬਤ ਸੀਸ ਚੁਕਾਉਂਦੇ, ਸਭ ਨੂੰ ਦੇ ਜਾਂਦੇ ਕਰੀਰ।
ਉਹਦੇ ਨਾਮ ਸੁਣ ਕੇ ਸਹਿਮਦੇ। ਉਹਦੇ ਨਾਮ ਸੁਣ ਕੇ ਸਹਿਮਦੇ। ਸਾਧ ਜੀ ਸਭੇ ਅਮੀਰ ਵਜੀਰ, ਸਾਧ ਜੀ ਸਭੇ ਅਮੀਰ ਵਜੀਰ ਉਹਦੇ ਨਾਮ ਨੂੰ ਸੁਣ ਕੇ ਸਹਿਮਦੇ। ਸਹਿਮਦੇ। ਕਲਗੀ ਵਾਲੇ ਗੁਰੂ ਤੋਂ ਕਈ ਸਿਫਤਾਂ ਲੈ ਕੇ ਆ ਬੰਦਾ ਤੁਰਿਆ ਦੱਖਣੋਂ ਰਾਹ ਸਿੱਧੇ ਪੈ ਕੇ, ਤੇ ਭੰਨ ਦੇਣਾ ਏ ਜਿਸ ਨੇ ਹੰਕਾਰੀ ਮੱਥਾ, ਦੱਖਣੋਂ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜਥਾ। ਪੰਜ ਪਿਆਰੇ 20 ਸਿੰਘ ਤੇ 26ਵਾਂ ਬਾਬਾ ਬੰਦਾ ਸਿੰਘ ਸੀ, ਬਾਕੀ ਸਾਰੇ ਤੁਸੀਂ ਰਲ ਗਏ ਸੀ ਨਾਲ। ਏਡੀ ਵੱਡੀ ਕਿਰਪਾ ਵਾਪਰੀ ਜਦੋਂ ਇੱਕ ਹੋ ਗਏ ਨਾ, ਇੱਕ ਇਹਦੇ ਵਿੱਚ ਬਹੁਤ ਵੱਡੀ ਬਰਕਤ ਹੈ ਭਰਾਵੋ। ਗੋਡਣੀਆਂ ਲਵਾ ਕੇ ਰੱਖ ਦਿੱਤੀਆਂ ਧੋਖੇਬਾਜ਼ ਬਾਦਸ਼ਾਹ ਫਰਖਸ਼ੀਰ ਦੀਆਂ, ਜਿਹੜਾ ਦਿੱਲੀ ਦੇ ਤਖਤ ਉੱਤੇ ਬੈਠਾ ਸੀ। ਬੜੇ ਬੜੇ ਵਜ਼ੀਰ ਖਾਂ ਵਰਗਿਆਂ ਦੇ ਨੱਕ ਵਿੱਚ ਨਕੇਲ ਪਾ ਦਿੱਤੀ, ਸਮਾਣੇ ਦੇ ਕਾਤਲ ਵੱਢ ਦਿੱਤੇ ਤੇ ਸੱਦ ਕੇ ਪਟਵਾਰੀ ਕਨਗੋ ਰਜਿਸਟਰੀਆਂ ਤੁਹਾਡੇ ਨਾਮ। ਸ਼ੁਰੂਆਤ ਸਮਾਣੇ ਤੋਂ ਹੋਈ ਸੀ, ਸਿਬੀਆ ਸਾਹਿਬ ਮਾਲਵੇ ਤੋਂ, ਸੰਗਰੂਰ ਤੋਂ ਆਏ ਹੋ, ਮੈਂ ਇਤਿਹਾਸ ਪੜ੍ਹਿਆ। ਇਸ ਕਰਕੇ ਵੀਰੋ ਲੋੜ ਹੈ ਸਬਰ ਦੀ, ਲੋੜ ਹੈ ਏਕਤਾ ਦੀ, ਲੋੜ ਹੈ ਹੌਸਲੇ ਦੀ, ਤੇ ਲੋੜ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸਿਧਾਂਤ ਦਿੱਤਾ ਉਹਨੂੰ ਪੜ੍ਹਨ ਦੀ, ਸੁਣਨ ਦੀ ਤੇ ਹਿਰਦੇ ਵਿੱਚ ਵਸਾਉਣ ਦੀ। ਇਹ ਸਾਡੇ ਸਤਿਕਾਰਯੋਗ ਢਾਡੀ ਨੇ, ਬਜ਼ੁਰਗ ਢਾਡੀ ਨੇ, ਵੱਡੇ ਢਾਡੀ ਨੇ, ਸਾਡੇ ਬਜ਼ੁਰਗਾਂ ਦੇ ਰਾਗੀ ਅਜੀਤ ਸਿੰਘ ਜੀ, ਉਹਨਾਂ ਦੇ ਸਮਕਾਲੀ, ਔਰ ਅਸੀਂ ਇਹਨਾਂ ਨੂੰ ਬੜਾ ਮਾਣ ਦਿੱਤਾ ਜੀ ਸੱਦ ਕੇ। ਅੱਜ ਤੁਸੀਂ ਸਾਡਾ ਸਤਿਕਾਰ ਕੀਤਾ, ਬੱਚਿਆਂ ਦਾ ਪਿਆਰ ਦਿੱਤਾ ਬੱਚਿਆਂ ਨੂੰ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। 75 ਸਾਲ ਦੀ ਉਮਰ ਦੇ ਵਿੱਚ ਵੀ ਗੱਜਦੇ ਹੋ, ਅਸੀਸਾਂ ਨਾਲ ਨੇ। ਆਇਓ ਸੁਲਤਾਨਪੁਰ ਲੋਧੀ ਜ਼ਰੂਰ, ਵੇਈ ਨਦੀ ਦੇ ਕੰਢੇ। ਮੈਂ ਆਪ ਜੀ ਨੂੰ ਸੱਦਾ ਦੇ ਰਿਹਾ, ਸਤਿਗੁਰੂ ਕਿਰਪਾ ਕਰੇ। ਤੁਸੀਂ ਕਹਿੰਦੇ ਸੀ ਨਾ ਕਦੇ ਭਰਿਓ ਹਾਜ਼ਰੀ, ਤੇ ਹਾਜ਼ਰੀ ਹੁਣ ਤੁਸੀਂ ਭਰਾਉਣੀ ਆ ਜੀ ਉੱਥੇ ਮਸਤੂਆਣੇ। ਮੈਂ ਵੈਸੇ ਹਾਜ਼ਰੀਆਂ ਮੈਂ ਬਹੁਤ ਭਰੀਆਂ ਉੱਥੇ, ਮੇਰੇ ਬਾਪੂ ਜੀ ਨੇ ਭਰੀਆਂ, ਵੱਡਿਆਂ ਨੇ ਭਰੀਆਂ, ਪਰ ਹੁਣ ਤੁਸੀਂ ਭਰਾਉਣੀ ਆ। ਮੇਜਰ ਸਿੰਘ ਖਾਲਸਾ ਤੇ ਮੇਰੇ ਤੇ ਦਰਵਾਜ਼ੇ ਖੁੱਲੇ ਆ, ਜਦੋਂ ਮਰਜੀ ਮਹਾਰਾਜ ਕਿਰਪਾ ਕਰੇ। ਸਾਡੇ ਨੰਬਰਦਾਰ ਸਾਹਿਬ ਜਗਦੀਪ ਸਿੰਘ, ਵੀਰ ਜਗਦੀਪ ਸਿੰਘ ਸਾਹਿਬ ਜੀ, ਧੰਨਵਾਦ ਜੀ। ਜਿਹੜਾ ਤੁਸੀਂ ਸੁਣਿਆ ਇਹਨਾਂ ਨੰਬਰਦਾਰ ਜੀ, ਇਧਰੋਂ ਸਿਵੀਆ ਸਾਹਿਬ ਜੀ ਨੇ ਬੜਾ ਪਿਆਰ ਘੱਲਿਆ ਬਾਪੂ ਜੀ ਨੇ। ਤੇ ਮੈਨੂੰ ਯਾਦ ਆ, ਕਹਿੰਦੇ ਸੀ ਨਾ ਵੀ ਪੁੱਛਦੇ ਸੀਗੇ ਵੀ ਕੋਈ ਐਮਏ ਪੜ੍ਹਿਆ, ਕੋਈ ਕਿੰਨਾ ਪੜ੍ਹਿਆ, ਤੇ ਤੁਸੀਂ ਕਹਿੰਦੇ ਸੀ ਮੈਂ ਪੜ੍ਹਿਆ ਲਿਖਿਆਂ ਦਾ ਪਿਓ ਆ, ਕਿਉਂਕਿ ਮੇਰੇ ਬੱਚੇ ਆ ਪੜ੍ਹੇ। ਮੈਨੂੰ ਯਾਦ ਆ ਮੇਰੇ ਕੋਲ ਮੇਰੇ ਸੱਦੇ ਤੇ ਆਏ ਸੀ ਬਾਜਮਾ। ਖੈਰ ਹਾਂਜੀ, ਅਮਰੀਕਾ ਤੋਂ, ਠੀਕ ਆ ਜੀ। ਲਓ ਜੀ, ਹੋ ਗਈ ਗੱਲ, ਮੈਸੇਜ ਆ। ਇਹਨਾਂ ਦੇ ਬੜੇ ਖਾਸ ਫੈਨ ਨੇ ਵੀਰਾਂ ਦੇ, ਇਹਨਾਂ ਤਿੰਨਾਂ ਦੇ, ਤੇ ਮੇਰੇ ਵੀ। ਮਿਸੀਸਿਪੀ ਜੰਕਸ਼ਨ ਸ਼ਹਿਰ ਵੀਰ ਬਲਵਿੰਦਰ ਸਿੰਘ ਜੀ ਯਾਦਵ, ਬੜੀ ਅਕਾਲ ਪੁਰਖ ਦੀ ਕਿਰਪਾ। ਮੇਰੇ ਛੋਟੇ ਭਰਾ ਇੰਨਾ ਕੁ ਹਜ਼ੂਮ ਲੈ ਕੇ ਉੱਥੇ ਬੈਠੇ ਆ, ਔਰ ਇਦਾਂ ਦੇ ਸੁਝਾਓ ਘੱਲ ਰਹੇ ਆ ਕਿ ਹਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਨਾ ਕਿ ਜਵਾਨ ਜੇ ਇਕੱਠੇ ਹੋ ਕੇ ਤੁਰ ਪਏ ਆ, ਤੇ ਜਵਾਨਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ, ਜਿੱਧਰ ਨੂੰ ਜਵਾਨੀ ਤੁਰ ਪੈਂਦੀ ਏ। ਪਰ ਇੱਕ ਬੇਨਤੀ ਹੈ ਕਿ ਇੱਕ ਬਜ਼ੁਰਗ ਦੀ ਲੋੜ ਹੁੰਦੀ, ਤੁਹਾਡੇ ਕੋਲ ਬਹੁਤ ਬਜ਼ੁਰਗ ਆ, ਬਜ਼ੁਰਗਾਂ ਤੋਂ ਅਸੀਸਾਂ ਲੈ ਲਿਓ। 100 ਬੱਕਰਾ ਖਾਣ ਲਈ ਤੁਸੀਂ ਸੁਣਾਇਓ ਜੀ ਹੁਣ ਇਹਨਾਂ ਨੂੰ। ਤੇ ਵਾਹਿਗੁਰੂ ਕਿਰਪਾ ਕਰੇ ਬਈ ਨੌਜਵਾਨੋ, ਤੁਹਾਡੇ ਮੋਰਚੇ ਜਿਹੜੇ ਨੇ, ਤੁਹਾਡੇ ਤੋਂ ਭਾਵ ਕਿ ਸਾਡੇ ਮੋਰਚੇ ਜਿਹੜੇ ਨੇ, ਪੰਜਾਬ ਦੇ ਮੋਰਚੇ ਜਿਹੜੇ ਨੇ, ਜੇ ਇਹ ਨਹੀਂ ਸੁਧਰੇ ਤੇ ਸੁਧਰੇ ਅਸੀਂ ਵੀ ਨਹੀਂ। ਸਿਕੰਦਰ ਦੀਆਂ ਨਾਸਾਂ ਭੰਨ ਦਿੱਤੀਆਂ, ਕਹਿੰਦਾ ਅਸੀਂ ਦੁਨੀਆ ਫਤਿਹ ਕਰਾਂਗਾ। ਜੇਲ੍ਹ ਦਰਿਆ ਨਹੀਂ ਰਾਜੇ ਪੋਰਸ ਪੰਜਾਬੀ ਨੇ ਟੱਪਣ ਦਿੱਤਾ। ਔਰ ਇਹ ਗੱਲਾਂ ਪੜ੍ਹਿਆ ਕਰੋ। ਸਿਕੰਦਰ ਤੁਰਿਆ ਸੀ, ਇੱਕ ਮਿੰਟ ਭਾਜੀ, ਇੱਧਰ ਤੁਸੀਂ ਸੁਣਦੇ ਸੀ, ਮਾਫੀ ਚਾਹੁੰਦਾ, ਇੱਧਰ ਆ ਨੋਟ ਕਰ ਲਿਓ ਗੱਲ ਇੱਥੇ ਰਜਿਸਟਰ ਵਿੱਚ, ਰੋਜ਼ ਬੋਲਿਆ ਕਰਿਓ। ਜਦੋਂ ਤੁਰਿਆ ਸੀ ਨਾ ਸਿਕੰਦਰ, ਦੁਨੀਆ ਦੇ ਕਿਸੇ ਵੀ ਬਾਦਸ਼ਾਹ ਦੀ ਫੌਜ, ਰਜਵਾੜੇ ਦੀ ਫੌਜ ਮੇਰੇ ਸਾਹਮਣੇ 8 ਘੰਟੇ ਨਹੀਂ ਠਹਿਰ ਸਕਦੀ। ਧਿਆਨ ਦਿਓ ਜਰਾ, ਇਹ ਨੁਕਤਾ ਹੈ। ਤੇ ਰਾਜੇ ਪੋਰਸ ਨੇ ਉਹਦੀਆਂ 8 ਘੰਟਿਆਂ 'ਚ ਗੋਡਣੀਆਂ ਲਵਾ ਦਿੱਤੀਆਂ। ਕਿੱਦਾਂ? 17 ਵਾਰ ਸੁਲ੍ਹਾ ਕਰਨ ਵਾਸਤੇ ਉਹਨੇ ਆਪਣੇ ਮੈਦਾਨ ਵਿੱਚ ਲੜਾਈ ਹੋ ਰਹੀ ਆ। ਰਾਜਾ ਪੋਰਸ ਡਟਿਆ ਹੋਇਆ ਏ, ਕੰਬੋਜ ਬਰਾਦਰੀ ਦਾ ਹੀਰਾ ਸੀ। ਧੋਖੇ ਨਾਲ ਸੱਦ ਕੇ ਚਣਾਕਿਆ ਨੀਤੀ ਨੇ ਉਹਨੂੰ ਉੱਥੇ ਮਰਵਾਇਆ ਸੀ। ਕਿੱਦਾਂ ਮਰਵਾਇਆ ਸੀ ਉਹ ਮੈਂ ਫੇਰ ਦੱਸ ਕੇ ਜਾਵਾਂਗਾ। ਧੋਖੇ ਹੁੰਦੇ ਆ, ਪਰ ਏਕਤਾ ਦੀ ਲੜੀ ਵਿੱਚ ਰਿਓ। ਤੁਹਾਡੇ ਨਾਲ ਕੋਈ ਧੋਖਾ ਕਰ ਨਹੀਂ ਸਕਦਾ।
8 ਘੰਟਿਆਂ ਦੀ ਲੜਾਈ ਵਿੱਚ ਸਿਕੰਦਰ ਨੇ ਸੁਲਹਨਾਮਾ 17 ਵਾਰ ਦੂਤ ਘੱਲੇ। ਇਹਦਾ ਮਤਲਬ ਇਹ ਹੈ ਕਿ ਸਿਕੰਦਰ ਨੂੰ ਆਪਣੀ ਹਾਰ ਨਜ਼ਰ ਆਉਂਦੀ ਸੀ। ਉਹ ਕਹਿੰਦਾ ਮਰ ਜਾਵਾਂਗਾ, ਤੇਰੇ ਨਾਲ ਸੁਲ੍ਹਾ ਨਹੀਂ ਕਰਨੀ। ਇਸ ਕਰਕੇ ਗੋਡੜੀਆਂ ਲਵਾ ਦਿੱਤੀਆਂ, ਜੇਲ੍ਹ ਨਹੀਂ ਟੱਪਣ ਦਿੱਤਾ ਪੰਜਾਬੀਓ। ਤੇ ਮੈਂ ਇੱਕ ਗੱਲ ਕਹਿਣਾ, ਆ ਜਿਹੜੇ ਕਹਿੰਦੇ ਨੇ ਨਾ ਸੁਣ ਲੈਣ, ਆਵਾਜ਼ ਜਾਂਦੀ ਹੈ ਦੂਰ ਤੱਕ। ਮੇਰੀ ਉਮਰ ਹੈ 50 ਸਾਲ ਦੀ। ਸਟੇਜਾਂ ਦੇ ਉੱਤੇ 9-9 ਘੰਟੇ ਗਾਇਆ ਅਮਰੀਕਾ ਵਰਗੀਆਂ ਕੰਟਰੀਆਂ 'ਚ, ਇੱਥੇ ਵੀ ਦਿਨੇ ਰਾਤ। ਬਾਪੂ ਜੀ ਨੂੰ ਪਤਾ ਕਿ ਕਿੱਦਾਂ ਸਫ਼ਰਾਂ 'ਚ ਜਾਣਾ ਪੈਂਦਾ। ਪਰ ਗੁਰੂ ਅੰਗ ਸੰਗੈ ਦੋਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਵੰਗ ਅੰਗ ਵਿਪੂਤੇ। ਜਿੱਦਣ ਪੰਚਮ ਗੁਰਾਂ ਨੂੰ ਸ਼ਹੀਦ ਕੀਤਾ, ਨੌਜਵਾਨੋ ਇੱਕ ਗੱਲ ਪੱਲੇ ਬੰਨ ਲਿਓ, 6ਵੇਂ ਗੁਰਾਂ ਦੀ ਉਮਰ 11 ਸਾਲ ਦੀ ਸੀ। ਜਿੱਦਣ 9ਵੇਂ ਗੁਰਾਂ ਨੂੰ ਦਿੱਲੀ ਨੇ ਸ਼ਹੀਦ ਕੀਤਾ, 10ਵੇਂ ਗੁਰਾਂ ਦੀ ਉਮਰ ਪੌਣੇ 9 ਸਾਲ ਦੀ ਸੀ। ਤੇ ਜਿੱਦਣ ਸ਼ੁਕਰ ਚੱਕੀਆ ਮਿਸਲ ਦਾ ਜਥੇਦਾਰ ਚੜ੍ਹਤ ਸਿੰਘ ਦਾ ਪੁੱਤਰ ਮਹਾ ਸਿੰਘ ਸ਼ਹੀਦ ਹੋਇਆ, ਰਾਜੇ ਰਣਜੀਤ ਸਿੰਘ ਦੀ ਉਮਰ 12 ਸਾਲ ਦੀ ਸੀ। ਅੰਦਾਜ਼ਾ ਲਾ ਲਓ। ਵਾਹਿਗੁਰੂ ਸਿਵੀਆ ਸਾਹਿਬ ਮਹਾਂਪੁਰਸ਼ ਆਏ, ਸਾਡੇ ਵੱਡੇ ਵਡੇਰੇ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਅੰਸ ਬੰਸ ਬਾਬਾ ਸਾਹਿਬ ਸਿੰਘ ਬੇਦੀ, ਆ ਜਿਹੜੇ ਸੀ ਨਾ ਟੁਕੜ ਬੋਝ ਰਿਆਸਤਾਂ ਵਾਲੇ ਇਧਰਲੇ, ਇਹਨਾਂ ਕਿਹਾ ਵੀ ਮਹਾ ਸਿੰਘ ਦਾ ਤੇ 17 ਆਏ ਆ ਕਰਨ ਵਾਸਤੇ, ਤੇ ਕਾਣੇ ਦਾ ਵੀ ਨਾਲ ਹੀ ਪੜ ਦਈਏ। ਬੈਠਿਆਂ ਬੈਠਿਆਂ ਸੁਲ੍ਹਾ ਕਰ ਲਈ, ਤਿੰਨਾਂ ਚੌਂ ਨੇ ਕਿਰਪਾਨਾਂ ਕੱਢ ਲਈਆਂ। ਵਾਹਿਗੁਰੂ ਰੱਖੇ, ਉਹਨੂੰ ਮਾਰੇ ਕੌਣ? ਉਹ ਭੱਜ ਕੇ ਮਹਾਂਪੁਰਸ਼ਾਂ ਦੇ ਪਿੱਛੇ ਚਲਿਆ ਗਿਆ। ਆਪਣੇ ਅੰਗ ਭੰਨ ਕੇ ਸ਼ਸਤਰ ਖੰਡਾ ਆਪਣਾ ਕੜਾ, ਕਹਿੰਦੇ ਆ ਜਾ ਰਣਜੀਤ ਸਿੰਘ ਬਾਹਰ। ਜਦੋਂ ਉਹ ਸਾਹਮਣੇ ਆਏ ਨਾ ਸਾਧੂ ਦੇ, ਉਹ ਤੁਸੀਂ ਇਹਦਾ 17 ਪੜਨ ਆਏ ਆ? ਗੁਰੂ ਨਾਨਕ ਦੇ ਘਰ ਨੂੰ ਯਾਦ ਕਰਕੇ ਗੁਰੂ ਨਾਨਕ ਦਾ ਪੁੱਤਰ ਸਾਹਿਬ ਸਿੰਘ ਕਹਿ ਰਿਹਾ, ਅੰਸ਼ ਬੰਸ਼ ਕਹਿ ਰਿਹਾ, ਸੰਤ ਕਹਿ ਰਿਹਾ, ਤੁਹਾਡਾ ਸਾਰਿਆਂ ਦਾ ਪੜੇਗਾ, ਗੱਜ ਕੇ ਆਖੋ ਸਤਨਾਮ। ਇੱਕ 12 ਸਾਲ ਦਾ ਨੌਜਵਾਨ ਅਕਾਲੀ ਫੂਲਾ ਸਿੰਘ ਨੂੰ ਨਾਲ ਲੈ ਲਿਆ, ਹਰੀ ਸਿੰਘ ਦਲੂਏ ਨੂੰ, ਸ਼ਾਮ ਸਿੰਘ ਅਟਾਰੀ ਨੂੰ। ਉਹਨਾਂ ਦੀਆਂ ਕਿੰਨੀਆਂ ਉਮਰਾਂ ਸੀ? ਛੋਟਾ ਜਿਹਾ ਸੀ ਸ਼ਾਮ ਸਿੰਘ ਅਟਾਰੀ, ਛੋਟਾ ਜਿਹਾ ਸੀ ਹਰੀ ਸਿੰਘ ਦਲੂਆ। ਉਹਨਾਂ ਦੇ ਇਤਿਹਾਸ ਪੜ੍ਹੋ, ਇਤਿਹਾਸ ਸੁਣੋ। ਆ ਜਿਹੜੀਆਂ ਕੱਚੀਆਂ ਪਿੱਲੀਆਂ ਦੀਆਂ ਗੱਲਾਂ ਇਹਨਾਂ ਨੂੰ ਛੱਡ ਕੇ ਨਾ, ਤੇ ਇੱਥੇ ਜਿਹੜੀਆਂ ਪੁਰਾਤਨ ਇਤਿਹਾਸ, ਕਿ ਰਾਜਾ ਰਣਜੀਤ ਸਿੰਘ ਕਿੱਦਾਂ ਲੜਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿੱਦਾਂ ਲੜੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਪ ਦੀ ਸ਼ਹਾਦਤ ਤੋਂ ਬਾਅਦ ਕਿੱਦਾਂ ਮੈਦਾਨ ਵਿੱਚ ਆਏ, ਜੇ ਉਹ ਤੁਹਾਨੂੰ ਪਤਾ ਲੱਗ ਗਿਆ, ਸਮਝ ਪੈ ਗਈ, ਤੇ ਉਸ ਸਮਝ ਦੇ ਵਿੱਚੋਂ ਇਨਕਲਾਬ ਦਾ ਇੱਕ ਇਹੋ ਜਿਹਾ ਕਰਮਾਂ ਵਾਲਿਓ ਉੱਠਣਾ ਹੈ ਭਾਂਬੜ। ਇਹ ਭੱਜਦਿਆਂ ਨੂੰ ਕਿਸੇ ਨੂੰ ਰਾਹ ਹੀ ਨਹੀਂ ਲੱਭਣਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਨਾ ਚੁੱਕਾਂ ਦੀ ਖਿਮਾ, ਸੋਹਣੇ ਤਰਲਿਆਂ ਵਾਲੇ ਇਹ ਸੱਭਿਆਚਾਰ ਇਹਨਾਂ ਵੀਰਾਂ ਨੇ ਸਾਂਭਿਆ। ਬਈ ਵਾਹਿਗੁਰੂ ਤੁਹਾਨੂੰ ਕਿਰਪਾ ਦੇ ਵਿੱਚ ਰੱਖੇ। ਸਾਰੇ ਸਿੱਖ ਸਰਦਾਰ ਹੋ ਤੁਸੀਂ। ਤੇ ਆਓ ਮੈਂ ਪ੍ਰਸ਼ਾਸਨ ਵਾਲੇ ਵੀਰਾਂ ਦਾ ਬਈ ਬਹੁਤ ਬਹੁਤ ਧੰਨਵਾਦ ਕਰਾਂਗਾ। ਬਾਕੀ ਸਾਰੇ ਜਿੰਨੇ ਮੇਰੇ ਵੀਰ ਭਰਾ ਆਏ ਨੇ, ਬਹੁਤ ਥੈਂਕ ਯੂ। ਡਟੇ ਰਹੋ, ਡਟੇ ਰਹੋ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਾਮਯਾਬੀਆਂ ਦੇਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਪੰਥ ਦਾ ਇੰਟਰਨੈਸ਼ਨਲ ਢਾਡੀ ਜਥਾ ਮੇਜਰ ਸਿੰਘ ਜੀ ਖਾਲਸਾ, ਵੇਈ ਨਦੀ ਦਾ ਕੰਢਾ ਜਿੱਥੇ ਬਾਬੇ ਨੇ ਟੁੱਬਾ ਮਾਰਿਆ ਸੀ, ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ, ਬਿਲਕੁਲ ਐਨ ਚਰਨਾਂ ਵਿੱਚ ਮਹਾਰਾਜ ਨੇ ਮਹੱਲ ਬਖਸ਼ਿਆ। ਤੁਹਾਨੂੰ ਸਾਰਿਆਂ ਨੂੰ ਨਿਉਂਦਾ, ਜਦੋਂ ਟਾਈਮ ਲੱਗੇ ਯਾਤਰਾ ਤੇ ਜ਼ਰੂਰ ਆਇਓ। ਵੀਰ ਅਮਰਜੀਤ ਸਿੰਘ ਜੀ ਆਲਮ, ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਤੇ ਪ੍ਰੋਫੈਸਰ ਤਰਲੋਚਨ ਸਿੰਘ ਤੀਰ ਦੁਆਬੇ ਦੀ ਬਿਜਲੀ, ਦਲੀਪ ਸਿੰਘ ਮਸਤ ਜੋ ਇਹਨਾਂ ਨੂੰ ਅਵਾਰਡ ਮਿਲਿਆ। ਇਹਨਾਂ ਕੁਝ ਕਹਿੰਦੇ 98 150 34 152 ਮੋਬਾਈਲ ਨੰਬਰ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬੀਓ, ਬਹਾਦਰੋ, ਯੋਧਿਓ, ਸੂਰਬੀਰੋ, ਸੰਤੋ, ਭਗਤੋ, ਜਿੱਥੇ ਜਿੱਥੇ ਵੀ ਤੁਸੀਂ ਆਫੀਸਰ ਸਾਹਿਬਾਨ, ਇਹ ਜ਼ਰੂਰੀ ਨਹੀਂ ਕਿ ਇੱਕ ਬੁਲਾਰਾ ਹੀ ਸੇਵਾ ਕਰ ਸਕਦਾ। ਜਿੱਦਾਂ ਜਿੱਦਾਂ ਦੀ ਕੋਈ ਸੇਵਾ ਕਰ ਰਿਹਾ, ਸਾਰਿਆਂ ਦਾ ਧੰਨਵਾਦ। ਇਹਨਾਂ ਸ਼ਹੀਦਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਏ। ਸਭ ਦਾ ਧੰਨਵਾਦ। ਵੀਰ ਸਿੱਧੂ ਸਾਹਿਬ ਜੀ ਤੇ ਸੈਕਟਰੀ ਸਾਹਿਬ ਜੀ, ਮਾਲਕ ਤੁਹਾਨੂੰ ਚੜ੍ਹਦੀ ਕਲਾ, ਦਿਨ ਰਾਤ ਡਟੇ ਹੋਏ ਹੋ। ਸਾਡੀਆਂ ਸ਼ੁਭ ਆਸ਼ਾਵਾਂ ਤੁਹਾਡੇ ਨਾਲ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਭੁੱਲ ਗਿਆ, ਪ੍ਰਸ਼ਾਦਾ ਛਕਿਆ ਇੱਥੋਂ ਗੁਰੂ ਕਾ ਲੰਗਰ। ਰੋਟੀ ਖਾਣੀ ਹੋਰ ਗੱਲ ਹੁੰਦੀ ਹੈ, ਪ੍ਰਸ਼ਾਦਾ ਛਕਣਾ ਜਿਹੜਾ ਉੱਥੇ ਗੁਰੂ ਦੀ ਗੱਲ ਹੁੰਦੀ। ਆ ਮਾਇਆ ਬਈ ਮੈਨੂੰ ਲੱਗਦਾ ਵੀ ਸਾਰੇ ਜਥਿਆਂ ਨਾਲੋਂ ਸਾਨੂੰ ਜ਼ਿਆਦੀ ਹੋਈ ਆ। ਤੇ ਇਹ ਕਿਹਨਾਂ ਦੀ ਝੋਲੀ 'ਚ ਪਾਈਏ, ਸਿੱਧੂ ਸਾਹਿਬ ਹੁਣੀ ਜਾਂ ਤੁਸੀਂ? ਨਹੀਂ, ਇਹ ਭਾਵੇਂ ਤੁਹਾਡਾ ਲਿਖਿਆ ਹੋਇਆ, ਪਰ ਮੈਂ ਵੀ ਇੱਕ ਤੁਹਾਡਾ ਵੀਰ ਹਾਂ। ਇਹ ਮਾਇਆ ਤੁਹਾਨੂੰ ਨਹੀਂ, ਉਹ ਗੁਰੂ ਕੇ ਲੰਗਰਾਂ ਵਿੱਚ ਕੱਲ ਨੂੰ ਲਿਆਣ ਕੇ ਕੋਈ ਨਾ ਕੋਈ ਕੇਲੇ ਛੇਲੇ ਹੋਰ ਵੀ ਫਰੂਟ ਉੱਥੇ ਰੱਖ ਦਿਓ। ਆਓ ਬਈ ਲੰਗਰ ਵਾਲਿਆ, ਤੂੰ ਹੀ ਆ ਜਾ ਵੀਰਾ। ਬਈ ਤੂੰ ਇੰਨੇ, ਮੈਨੂੰ ਨਾ ਸ਼ਾਬਾਸ਼ ਏ। ਅਸੀਂ ਸਫ਼ਰ ਲੰਬਾ ਕਰਕੇ ਆਏ, 2 ਪ੍ਰਸ਼ਾਦੇ ਛਕੇ, ਰੂਹ ਤੱਕ ਨਸ਼ਾ ਹੋ ਗਿਆ। ਇਹ ਸਾਰੀ ਦੀ ਸਾਰੀ ਮਾਇਆ ਦੋਵਾਂ ਹੱਥਾਂ ਨਾਲ ਇਹਨਾਂ ਦੀ ਝੋਲੀ 'ਚ ਤਰਲੋਚਨ ਸਿਆਂ ਪਾ ਬਈ। ਵਾਹਿਗੁਰੂ ਨੇ ਕਿਰਪਾ ਕੀਤੀ ਆ। ਤੇ ਇਹ ਕੱਲ ਨੂੰ ਲਿਆਣ ਕੇ ਫਰੂਟ ਇੱਥੇ ਰੱਖ ਦਿਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਸੀਂ ਅਕਾਲ। ਤੁਹਾਡੀ ਸੇਵਾ 'ਚ ਸਦਾ ਹੀ ਹਾਜ਼ਰ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਦਾ ਦਿੱਤਾ ਬਹੁਤ ਕੁਝ ਹੈ। ਦਾਤਾ ਦੇਵੇ ਕੁੱਲ ਨੂੰ ਦੇਵੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਵੀ ਅਗੰਤ ਭਰੇ ਭੰਡਾਰ। ਭੰਡਾਰੇ ਭਰਪੂਰ ਰਹਿਣੇ ਆ।
ਪਰ ਲੋੜ ਏਕਤਾ ਦੀ ਆ। ਇਕੱਠੇ ਹੋ ਜਾਓ, ਦੁਨੀਆ ਦੀ ਕੋਈ ਤਾਕਤ ਤੁਹਾਡੀਆਂ ਜੜਾਂ ਤੇ ਇੱਕ ਬੰਨੇ ਹਿਲਾਉਣੀਆਂ, ਤੁਹਾਡੇ ਵੱਲ ਅੱਖ ਪੱਟ ਕੇ ਨਹੀਂ ਵੇਖ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।